ਸੋ ਸੰਧੂ ਸਾਹਿਬ, ਹੁਣ ਜਿਹੜੀ ਈਡੀ ਵੱਲੋਂ ਜਾਂਚ ਕੀਤੀ ਜਾ ਰਹੀ ਸੀ, ਸੋ ਉਹਦੇ ਹੁਣ ਲੱਗਦਾ ਕਿ ਸੇਕ ਜਿਹੜਾ ਉਹ ਮੁੱਖ ਮੰਤਰੀ ਚੰਨੀ ਤੱਕ ਪਹੁੰਚ ਸਕਦਾ। ਈਡੀ ਦਾ ਕਹਿਣਾ ਵੀ ਉਹਨਾਂ ਦੇ ਭਾਣਜੇ ਨੇ 325 ਕਰੋੜ ਰੁਪਏ ਕਮਾ ਲਏ ਚਰਨਜੀਤ ਚੰਨੀ ਦਾ ਨਾਮ ਇਸਤੇਮਾਲ ਕਰਕੇ। ਵਾਸੂ ਜੀ, ਇਹ ਮਾਮਲਾ ਚੱਲ ਰਿਹਾ ਅਜੇ। ਜਦੋਂ ਦਾ ਜਿਹੜਾ ਉਹਨਾਂ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਾਣਜਾ ਹਨੀ ਹੈ, ਜਦੋਂ ਦਾ ਉਹਨਾਂ ਨੂੰ ਗ੍ਰਿਫਤਾਰ ਕੀਤਾ, ਈਡੀ ਵਾਲਿਆਂ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਔਰ ਪਹਿਲਾਂ ਇੱਕ ਬਿਆਨ ਉਹਨਾਂ ਨੇ ਰਿਲੀਜ਼ ਕੀਤਾ ਸੀ ਕਿ ਜਿਹੜਾ ਪੈਸਾ ਉਹਨਾਂ ਦੇ ਕੋਲੋਂ 10-11 ਕਰੋੜ ਉਹਨਾਂ ਦੇ ਟਿਕਾਣਿਆਂ ਤੋਂ, ਉਹਨਾਂ ਤੋਂ ਤੇ ਉਹਨਾਂ ਦੇ ਸਾਥੀ ਦੇ ਟਿਕਾਣਿਆਂ ਤੋਂ ਮਿਲਿਆ ਸੀ, ਉਹਦੇ ਵਿੱਚ ਉਸਨੇ ਇਹ ਗੱਲ ਮੰਨ ਲਈ ਹੈ ਕਿ ਹਾਂ ਜੀ, ਇਹ ਜਿਹੜਾ ਪੈਸਾ ਰੇਤ ਮਾਫੀਆ ਦਾ ਜਾਂ ਜਿਹੜੀਆਂ ਨਿਯੁਕਤੀਆਂ ਤੇ ਬਦਲੀਆਂ ਅਫਸਰਾਂ ਦੀਆਂ ਕਰਵਾਉਣੀਆਂ ਸੀ, ਉਹਨਾਂ ਦੇ ਨਾਂ ਦੇ ਉੱਤੇ ਮੇਰੇ ਕੋਲੇ ਪੈਸਾ ਆਇਆ ਜੀ। ਗੱਲ ਉਸ ਵੇਲੇ ਵੀ ਕਾਫੀ ਹੱਦ ਤੱਕ ਕਲੀਅਰ ਹੋ ਜਾਂਦੀ ਹੈ ਕਿ ਜੇ ਨਿਯੁਕਤੀਆਂ ਤੇ ਬਦਲੀਆਂ ਹੋਣੀਆਂ ਸੀ ਤੇ ਉਹ ਭੁਪਿੰਦਰ ਸਿੰਘ ਹਨੀ ਨੇ ਤਾਂ ਨਹੀਂ ਨਾ ਕਰਨੀਆਂ ਸੀ। ਨਾ ਉਹਨਾਂ ਦੇ ਕੋਲ ਕੋਈ ਅਹੁਦਾ ਹੈ, ਨਾ ਕੋਈ ਮੰਤਰਾਲਾ ਹੈ, ਨਾ ਕੋਈ ਅਧਿਕਾਰ ਹੈ, ਉਹ ਕਿਹਨੇ ਕਰਾਉਣੀਆਂ ਸੀ ਜੀ। ਤਾਂ ਸੂਈ ਜਿਹੜੀ ਹੈ ਸ਼ੱਕ ਦੀ ਉਸ ਵੇਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਲੇ ਪਾਸੇ ਨੂੰ ਮੁੜਦੀ ਸੀ। ਤੇ ਉਹਦੇ ਤੋਂ ਬਾਅਦ ਜਦੋਂ ਕੱਲ ਉਹਨਾਂ ਨੂੰ ਦੁਬਾਰਾ 4 ਦਿਨ ਦਾ ਰਿਮਾਂਡ ਪੂਰਾ ਹੋਣ ਤੋਂ ਪਿੱਛੋਂ ਈਡੀ ਦੀ ਟੀਮ ਨੇ ਜਦੋਂ ਉਹਨਾਂ ਨੂੰ ਦੁਬਾਰਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜੀ, ਤਾਂ ਉੱਥੇ ਈਡੀ ਦਾ ਜਿਹੜਾ ਵਕੀਲ ਸੀ ਉਹਨੇ ਬਹੁਤ ਸਾਰੇ ਖੁਲਾਸੇ ਕੀਤੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਜਿਹੜੀ ਮਤਲਬ ਜਾਂਚ ਹੈ ਅਜੇ ਮੁਕੰਮਲ ਨਹੀਂ ਹੋਈ, ਇਹਦੇ ਵਿੱਚ ਬਹੁਤ ਸਾਰੇ ਲੋਕ ਸ਼ਾਮਲ ਨੇ ਤੇ ਗੱਲ ਸਿਰਫ 10-11 ਕਰੋੜ ਦੀ ਨਹੀਂ ਰਹਿ ਗਈ, ਸਗੋਂ ਇਹਦੇ ਵਿੱਚ ਮੁੱਖ ਮੰਤਰੀ ਦੇ ਨਾਂ ਦੀ ਵਰਤੋਂ ਕਰਕੇ 325 ਕਰੋੜ ਰੁਪਏ ਜਿਹੜੇ ਉਹ ਕਮਾਏ ਗਏ ਨੇ, ਜਿਨ੍ਹਾਂ ਦਾ ਹੁਣ ਤੱਕ ਪਤਾ ਲੱਗ ਗਿਆ। ਇਕੱਠੇ ਕੀਤੇ ਗਏ ਕਹਿ ਸਕਦੇ ਆਪਾਂ, ਕਮਾਏ ਗਏ ਵੀ ਨਹੀਂ ਇਹਨਾਂ ਨੂੰ ਕਹਿਣਾ ਚਾਹੀਦਾ। ਔਰ ਈਡੀ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਕਿ ਇਹਨਾਂ ਦਾ 10 ਦਿਨ ਦਾ ਘੱਟੋ ਘੱਟ ਸਾਨੂੰ ਹੋਰ ਰਿਮਾਂਡ ਦਿੱਤਾ ਜਾਵੇ ਤਾਂ ਕਿ ਇਹ ਪਤਾ ਲੱਗੇ ਕਿ ਇਹਦੇ ਵਿੱਚ ਕੌਣ ਲੋਕ ਸ਼ਾਮਲ ਨੇ ਜੀ, ਤਾਂ ਕਿ ਸਾਰਿਆਂ ਦੀ ਜਾਂਚ ਪੜਤਾਲ ਜਿਹੜੀ ਕੀਤੀ ਜਾਵੇ ਤੇ ਫਿਰ ਇਹਦੇ ਵਿੱਚ ਠੀਕ ਢੰਗ ਦੇ ਨਾਲ ਖੁਲਾਸਾ ਹੋ ਸਕਦਾ ਕੀ ਹੈ। ਹੁਣ ਜਿਹੜਾ ਭੁਪਿੰਦਰ ਸਿੰਘ ਹਨੀ ਹੈ, ਉਹਦੇ ਵੱਲੋਂ ਜਿਹੜੇ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਸੀਗੇ, ਸੀਨੀਅਰ ਐਡਵੋਕੇਟ ਜਨਰਲ APS ਦਿਓਲ, ਉਹ ਉਹਨਾਂ ਵਾਲੇ ਪਾਸੋਂ ਪੇਸ਼ ਹੋਏ, ਜਿਨ੍ਹਾਂ ਨੇ ਬਹਿਸ ਕੀਤੀ ਕਿ ਰਿਮਾਂਡ ਦੀ ਕੋਈ ਜ਼ਰੂਰਤ ਨਹੀਂ ਹੈ। ਦੂਜੀ ਗੱਲ ਉਹਨਾਂ ਨੇ ਇਹ ਵੀ ਕਹੀ ਕਿ ਜਿਹੜਾ ਹਨੀ ਹੈ ਇਹ ਤਾਂ ਪੰਜਾਬੀ ਜਾਣਦਾ ਹੈ, ਅੰਗਰੇਜ਼ੀ ਤਾਂ ਜਾਣਦਾ ਹੀ ਨਹੀਂ ਹੈ। ਈਡੀ ਨੇ ਉਹਨਾਂ ਕੋਲੋਂ ਕਈ ਡਾਕੂਮੈਂਟਸ ਉੱਤੇ ਧੱਕੇ ਨਾਲ ਸਾਈਨ ਕਰਾਏ ਨੇ। ਇਸ ਤਰ੍ਹਾਂ ਦੀ ਬਹਿਸ ਜਿਹੜੀ ਅਦਾਲਤ ਦੇ ਸਾਹਮਣੇ ਹੋਈ, ਪਰ ਇਹਦੇ ਬਾਵਜੂਦ ਵੀ ਅਦਾਲਤ ਨੇ ਜਿਹੜਾ ਰਿਮਾਂਡ ਸੀ ਹਨੀ ਦਾ ਉਹ 3 ਦਿਨ ਹੋਰ ਵਧਾ ਦਿੱਤਾ। ਜਿਸ ਢੰਗ ਦੇ ਨਾਲ ਇਹ ਜਾਂਚ ਚੱਲ ਰਹੀ ਹੈ, ਜਿਸ ਢੰਗ ਨਾਲ ਈਡੀ ਦੇ ਵਕੀਲ ਨੇ ਅਦਾਲਤ ਵਿੱਚ ਜੋ ਦਲੀਲਾਂ ਪੇਸ਼ ਕੀਤੀਆਂ ਨੇ, ਜਿਸ ਢੰਗ ਦੇ ਨਾਲ ਅਦਾਲਤ ਨੇ ਫਿਰ ਹੋਰ ਰਿਮਾਂਡ ਜਿਹੜਾ 3 ਦਿਨ ਦਾ ਉਹਦਾ ਵਧਾ ਦਿੱਤਾ ਹੈ, ਤੇ ਉੱਥੋਂ ਇਹ ਗੱਲ ਲੱਗਦੀ ਹੈ ਕਿ ਇਹ ਜਾਂਚ ਜਦੋਂ ਅੱਗੇ ਤੁਰਦੀ ਹੈ, ਕਿਉਂਕਿ ਆਫਟਰ ਆਲ ਜਿਹੜੀਆਂ ਬਦਲੀਆਂ ਸੀ ਉਹ ਕਿਹਨੇ ਕਰਨੀਆਂ ਸੀ। ਜਿਹੜਾ ਰੇਤ ਮਾਫੀਆ ਹੈ ਉਹ ਭੁਪਿੰਦਰ ਸਿੰਘ ਹਨੀ ਨੂੰ ਤਾਂ ਪੈਸਾ ਨਹੀਂ ਦੇ ਸਕਦਾ ਕਿਸੇ ਤਰ੍ਹਾਂ ਨਾਲ ਵੀ, ਜਦ ਕਿ ਉਹਦੇ ਪਿੱਛੇ ਕੋਈ ਪਾਵਰ ਹੈ ਤੇ ਉਹ ਪਾਵਰ ਈਡੀ ਸਾਹਮਣੇ ਲੈਣਾ ਚਾਹੁੰਦੀ ਹੈ। ਜ਼ਰੂਰੀ ਗੱਲ ਹੈ ਕਿ ਇਹਦੀ ਜਾਂਚ ਜਿਹੜੀ ਹੈ ਜਦੋਂ ਅੱਗੇ ਵਧੇਗੀ, ਉਹ ਸਿਰਫ ਚਰਨਜੀਤ ਸਿੰਘ ਚੰਨੀ ਤੱਕ ਨਹੀਂ ਪਹੁੰਚਣ ਦੀ ਸੰਭਾਵਨਾ, ਉਹਦੀ ਹੋਰ ਵੀ ਕਈ ਲੋਕ ਇਹਦੇ ਘੇਰੇ ਦੇ ਵਿੱਚ ਆ ਸਕਦੇ ਨੇ, ਜਿਹੜੇ ਅਸਲ ਸੂਖ ਵਾਲੇ ਨੇ। ਉਸ ਖੇਤਰ ਦੇ ਕੁਝ ਅਧਿਕਾਰੀ ਵੀ ਉਹਦੇ ਵਿੱਚ ਸ਼ਾਮਲ ਹੋ ਸਕਦੇ ਨੇ, ਕੁਝ ਹੋਰ ਜਿਹੜੇ ਪ੍ਰਭਾਵਸ਼ੀਲ ਲੋਕ ਨੇ ਉਹ ਵੀ ਇਸ ਮਾਮਲੇ ਵਿੱਚ ਆ ਸਕਦੇ ਨੇ। ਔਰ ਇਹ ਇਸ ਵੇਲੇ ਕਿਉਂਕਿ ਇੱਕ ਪਾਸੇ ਚੋਣਾਂ ਚੱਲ ਰਹੀਆਂ ਨੇ, ਦੂਜੇ ਪਾਸੇ ਇਹ ਚੱਲ ਰਿਹਾ ਹੈ, ਜਿਹੜੇ ਚਰਨਜੀਤ ਸਿੰਘ ਚੰਨੀ ਨੇ ਉਹ ਵਾਰ-ਵਾਰ ਇਹੋ ਹੀ ਗੱਲ ਕਹਿ ਰਹੇ ਨੇ ਕਿ ਸਿਆਸੀ ਬਦਲੇ ਦੇ ਅਧੀਨ ਸਾਰਾ ਕੁਝ ਜਿਹੜਾ ਇਹ ਕੀਤਾ ਜਾ ਰਿਹਾ ਹੈ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਚੋਣ ਮੁਹਿੰਮ ਹੈ ਉਹ ਈਡੀ ਦੇ, IT ਦੇ, CBI ਦੇ ਰਾਹੀਂ ਚੱਲ ਰਹੀ ਹੈ। ਭਾਰਤੀ ਜਨਤਾ ਪਾਰਟੀ ਈਡੀ CBI ਦੇ ਰਾਹੀਂ ਆਪਣੀ ਚੋਣ ਮੁਹਿੰਮ ਚਲਾ ਰਹੀ, ਉਹਨਾਂ ਦੇ ਰਾਹੀਂ ਚੋਣ ਲੜ ਰਹੀ ਹੈ। ਇਹ ਜ਼ਰੂਰੀ ਗੱਲ ਵੀ ਹੈ ਦੋਨਾਂ ਪਾਸੇ ਤੋਂ, ਕਿਉਂਕਿ ਜਾਂ ਤੇ ਕੋਈ ਬੰਦਾ ਸਿੱਧਾ ਇਕਬਾਲ ਕਰ ਲਵੇ ਕਿ ਇਸ ਚੀਜ਼ ਦੇ ਵਿੱਚ ਸਾਡਾ ਹੱਥ ਹੈ, ਜੇ ਜਦੋਂ ਕੋਈ ਇਕਬਾਲ ਨਹੀਂ ਕਰਦਾ, ਇਹ ਗੱਲ ਨਹੀਂ ਮੰਨਦਾ ਕਿ ਇਹਦੇ ਵਿੱਚ ਸਾਡਾ ਹੱਥ ਹੈ, ਤੇ ਉਹਨਾਂ ਨੇ ਫਿਰ ਇਸ ਤਰ੍ਹਾਂ ਦੀਆਂ ਦਲੀਲਾਂ ਤਾਂ ਦੋਨਾਂ ਪਾਸਿਆਂ ਤੋਂ ਆਉਂਦੀਆਂ ਹੈ। ਹੁਣ ਇਹਦੀ ਹਕੀਕਤ ਕੀ ਹੈ ਕਿ ਸੱਚਮੁੱਚ ਇਹਦੀ ਹਕੀਕਤ ਜਿਹੜੀ ਹੈ ਉਹ ਜਨਤਾ ਦੇ ਸਾਹਮਣੇ ਆਵੇਗੀ ਕਿ ਨਹੀਂ। ਇੱਕ ਹਕੀਕਤ ਤਾਂ ਹੈ ਕਿ 11 ਕਰੋੜ ਰੁਪਈਆ ਜਿਹੜਾ ਉਹ ਮਿਲਿਆ, ਉਹ 11 ਕਰੋੜ ਰੁਪਈਆ ਕਿੱਥੋਂ ਆਇਆ, ਕਿਵੇਂ ਆਇਆ, ਉਹ ਇੱਕ ਨੰਬਰ ਦੇ ਵਿੱਚ ਕਿਤੇ ਕਾਗਜ਼ਾਂ ਵਿੱਚ, ਡਾਕੂਮੈਂਟਸ ਵਿੱਚ, ਕਿਸੇ ਬੈਂਕ ਦੇ ਦਸਤਾਵੇਜ਼ਾਂ ਵਿੱਚ, ਕਿਸੇ ਹੋਰ ਦਸਤਾਵੇਜ਼ਾਂ ਵਿੱਚ ਕਿੱਥੇ ਸ਼ੋਅ ਸੀ ਕਿ ਨਹੀਂ ਸੀ। ਜੇ ਉਹ ਕਿਤੇ ਵੀ ਸ਼ੋਅ ਨਹੀਂ ਹੈ, ਇੱਕ ਨੰਬਰ ਦਾ ਪੈਸਾ ਨਹੀਂ ਹੈ, ਫਿਰ ਉਹ ਕਿਉਂ ਪੈਸਾ ਆਇਆ, ਕਿੱਥੋਂ ਆਇਆ, ਕਿਵੇਂ ਇਕੱਠਾ ਹੋਇਆ। ਹੁਣ ਇਹ ਜਿਹੜੀ ਚੀਜ਼ ਹੈ ਇਹਦੇ ਵਿੱਚ ਇੱਥੋਂ ਤਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ।
ਪਰ ਉਹਦੇ ਤੋਂ ਅੱਗੇ ਠੀਕ ਢੰਗ ਦੇ ਨਾਲ ਉਹਦੀ ਜਾਂਚ ਕਰਕੇ ਉਹਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾਣਾ। ਜੇ ਉਹਦੇ ਵਿੱਚੋਂ ਸਿਆਸੀ ਬਦਲਾਖੋਰੀ ਜਾਂ ਇਸ ਤਰ੍ਹਾਂ ਦਾ ਜਿਹੜਾ ਪਾਰਟੀਬਾਜ਼ੀਆਂ ਦਾ ਟਕਰਾਵ ਹੈ ਜਾਂ ਚੋਣਾਂ ਦਾ ਜਿਹੜਾ ਲਾਭ ਲੈਣ ਦੀ ਗੱਲ ਹੈ ਜਾਂ ਦੂਜੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਹੈ, ਇਹਨਾਂ ਸਾਰੀਆਂ ਚੀਜ਼ਾਂ ਨੂੰ ਇਹਦੇ ਵਿੱਚੋਂ ਮਾਈਨਸ ਕੀਤਾ ਜਾਵੇ ਤੇ ਫਿਰ ਹੀ ਜਿਹੜਾ ਸ਼ੀਸ਼ਾ ਉਹ ਸਾਫ਼ ਹੋ ਸਕਦਾ, ਫਿਰ ਹੀ ਪਤਾ ਲੱਗ ਸਕਦਾ ਕਿ ਸੱਚਮੁੱਚ ਇਹਦੇ ਪਿੱਛੇ ਜਿਹੜਾ ਕੌਣ ਬੰਦਾ ਸ਼ਾਮਲ ਹੈ ਤੇ ਕਿਸ ਢੰਗ ਦੇ ਨਾਲ ਇੱਕ ਜਿਹੜਾ ਭੁਪਿੰਦਰ ਸਿੰਘ ਹਨੀ ਨਾਂ ਦਾ ਕੱਲ ਤੱਕ ਅਨਨੋਨ ਬੰਦਾ ਸੀ, ਅੱਜ ਉਹ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਆਇਆ ਹੈ ਔਰ ਉਹਦੇ ਪਿੱਛੇ ਸਾਰੀ ਹਕੀਕਤ ਜਿਹੜੀ ਹੈ ਉਹ ਕੀ ਹੈ ਜੀ। ਪਰ ਸੰਧੂ ਸਾਹਿਬ ਹੁਣ ਦੇਖੋ ਇਲੈਕਸ਼ਨ ਦਾ ਸੀਜ਼ਨ ਹੈ ਤੇ ਇਹੋ ਜਿਹੀਆਂ ਗੱਲਾਂ ਨੂੰ ਮਨਫੀ ਕਰਨਾ ਤਾਂ ਮੈਨੂੰ ਲੱਗਦਾ ਨਹੀਂ ਪੋਸੀਬਲ ਹੋਏਗਾ। ਹੁਣ ਆਪੋਜੀਸ਼ਨ ਨੇ ਤਾਂ ਨਿਸ਼ਾਨੇ ਕੱਸਣੇ ਨੇ। ਸੁਖਬੀਰ ਬਾਦਲ ਨੇ ਅੱਜ ਕਹਿ ਦਿੱਤਾ, ਕਹਿੰਦੇ ਕਿ ਕਾਂਗਰਸ ਨੇ ਤਾਂ ਰੇਤ ਮਾਫੀਆ ਨੂੰ ਸੀਐਮ ਦਾ ਚਿਹਰਾ ਬਣਾਤਾ। ਬਿਲਕੁਲ ਜੀ, ਸੁਖਬੀਰ ਬਾਦਲ ਵੀ ਇਸ ਢੰਗ ਦੀ ਗੱਲ ਕਰ ਰਿਹਾ ਔਰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਵੀ ਇਸ ਤਰ੍ਹਾਂ ਦੇ ਹਮਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉੱਤੇ ਕਰ ਰਹੀ ਹੈ। ਹੋਰ ਪਾਰਟੀਆਂ ਵੀ ਕਰ ਰਹੀਆਂ, ਬਹੁਜਨ ਸਮਾਜ ਪਾਰਟੀ ਵਾਲੇ ਵੀ ਕਰ ਰਹੇ ਆ, ਭਾਰਤੀ ਜਨਤਾ ਪਾਰਟੀ ਵਾਲੇ ਵੀ ਕਰ ਰਹੇ ਆ। ਸਾਰੇ ਜਿਹੜੇ ਨੇ ਉਹ ਉਹਨਾਂ ਦੇ ਉੱਤੇ ਹਮਲਾ ਕਰ ਰਹੇ ਨੇ ਤੇ ਉਹਨਾਂ ਨੇ ਇਹ ਗੱਲ, ਕਿਉਂਕਿ ਬਿਲਕੁਲ ਜਿਸ ਵੇਲੇ ਇਹਨੂੰ ਸੀਐਮ ਦਾ ਫੇਸ ਹਲਾਨਿਆ ਜਾ ਰਿਹਾ ਉਹਦੇ ਨਾਲ ਹੀ ਈਡੀ ਦਾ ਜਿਹੜਾ ਪਹਿਲਾ ਬਿਆਨ ਆਇਆ ਸੀ, ਬਿਲਕੁਲ ਨਾਲ ਹੀ ਉਹਦੇ ਬਿਆਨ ਆ ਗਏ ਸੀ ਦੂਜੇ ਦਿਨ। ਜਿਸ ਵੇਲੇ ਇਹਨਾਂ ਨੂੰ 6 ਤਰੀਕ ਨੂੰ ਚਿਹਰਾ ਹਲਾਨਿਆ ਤੇ 7 ਤਰੀਕ ਨੂੰ ਉਹਨਾਂ ਦਾ ਬਿਆਨ ਆ ਗਿਆ ਈਡੀ ਦਾ ਕਿ ਇਹਨਾਂ ਨੇ ਇਸ ਚੀਜ਼ ਦਾ ਇਕਬਾਲ ਕਰ ਲਿਆ ਕਿ ਇਹ ਮੇਰੇ ਕੋਲ ਪੈਸਾ ਜਿਹੜਾ ਉਹ ਕਿੱਥੋਂ ਆਇਆ ਜੀ। ਔਰ ਉਸ ਵੇਲੇ ਕਾਂਗਰਸ ਜਿਹੜੀ ਹੈ, ਕਿਉਂਕਿ ਉਹ ਐਲਾਨ ਚੁੱਕੀ ਹੈ, ਕਾਂਗਰਸ ਹੁਣ ਉਹਨਾਂ ਦਾ ਨਾਂ ਇੱਕਦਮ ਵਾਪਸ ਨਹੀਂ ਲੈ ਸਕਦੀ। ਕਾਂਗਰਸ ਨੂੰ ਇਸ ਵੇਲੇ ਦੋਹਰੀ ਸਥਿਤੀ ਜਿਹੜੀ ਹੈ ਮੁਸੀਬਤ ਉਹਦਾ ਸਾਹਮਣਾ ਕਰਨਾ ਪੈ ਰਿਹਾ। ਇੱਕ ਪਾਸੇ ਸਿੱਧੂ ਵਾਲੇ ਪਾਸਿਓਂ ਸਿੱਧੂ ਵੀ ਨਾਰਾਜ਼ ਹੈ ਇਸ ਗੱਲ ਤੋਂ ਕਿ ਉਹਨੂੰ ਕਿਉਂ ਨਹੀਂ ਐਲਾਨਿਆ ਗਿਆ, ਤੇ ਜੇ ਚੰਨੀ ਨੂੰ ਐਲਾਨਿਆ ਗਿਆ ਤੇ ਚੰਨੀ ਦੇ ਉੱਤੇ ਇਸ ਤਰ੍ਹਾਂ ਦੇ ਦੋਸ਼ ਲੱਗਦੇ ਨੇ ਔਰ ਇਹ ਦੋਸ਼ ਆਉਣ ਵਾਲੇ ਦਿਨਾਂ ਦੇ ਵਿੱਚ ਵਾਧੂ ਜੀ ਵਧਣੇ ਆ, ਘਟਣੇ ਨਹੀਂ। ਬਿਲਕੁਲ ਜਿਵੇਂ ਚੋਣ ਮੁਹਿੰਮ ਜਿਹੜੀ ਆ ਉਹ ਤੇਜ਼ ਹੋਣੀ ਆ। ਅਜੇ ਤਾਂ ਵਰਚੁਅਲ ਰੈਲੀਆਂ ਦਾ ਰਾਹ ਖੁੱਲਿਆ, ਜੇ ਕੱਲ ਨੂੰ ਜਿਹੜੀਆਂ ਜਨਤਕ ਰੈਲੀਆਂ ਦਾ ਵੀ ਰਾਹ ਖੁੱਲ ਜਾਂਦਾ ਤੇ ਇਹ ਗਲੀ ਮਹੱਲੇ ਦੇ ਵਿੱਚ ਇਹਨਾਂ ਚੀਜ਼ਾਂ ਦਾ ਪ੍ਰਚਾਰ ਕੀਤਾ ਜਾਣਾ, ਪ੍ਰਸਾਰ ਕੀਤਾ ਜਾਣਾ। ਕਿਉਂਕਿ ਜਿਹੜੇ ਚੰਗੇ ਕੰਮ ਨੇ, ਚੰਗੇ ਕੰਮਾਂ ਦੇ ਨਾਂ ਦੇ ਉੱਤੇ ਵੋਟ ਮੰਗਣੀ ਹੈ ਉਹ ਥੋੜੀ ਮੁਸ਼ਕਲ ਹੁੰਦੀ ਹੈ ਤੇ ਇਸ ਤਰ੍ਹਾਂ ਦੀ ਇਲਜ਼ਾਮਬਾਜ਼ੀ, ਦੂਸ਼ਣਬਾਜ਼ੀ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਵਿਰੋਧੀਆਂ ਦੀਆਂ ਸਾਹਮਣੇ ਲਿਆ ਕੇ ਵੋਟਾਂ ਮੰਗਣੀਆਂ ਜਿਹੜੀਆਂ, ਲੋਕ ਉਹਨਾਂ ਗੱਲਾਂ ਨੂੰ ਸੁਣਦੇ ਵੀ ਦਿਲਚਸਪੀ ਨਾਲ ਨੇ ਔਰ ਉਹਦੇ ਵਾਸਤੇ ਜਿਹੜੇ ਨੇ ਉਹ ਥੋੜਾ ਬਹੁਤਾ ਪਾਰਟੀਆਂ ਜਿਹੜੀਆਂ ਲੋਕਾਂ ਨੂੰ, ਵੋਟਰਾਂ ਨੂੰ ਪ੍ਰਭਾਵਿਤ ਵੀ ਕਰ ਲੈਂਦੀਆਂ ਨੇ ਜੀ। ਹੁਣ ਜਦੋਂ ਸੁਖਬੀਰ ਬਾਦਲ ਹੋਰਾਂ ਨੇ ਇਹ ਗੱਲ ਕਹੀ, ਉਹਨਾਂ ਨੇ ਕਿਹਾ ਕਿ ਸਿੱਧੂ ਨੂੰ ਤਾਂ ਬੰਨ੍ਹ ਕੇ ਇਹਨਾਂ ਨੇ ਕਮਰੇ 'ਚ ਸੁੱਟ ਦਿੱਤਾ। ਮਤਲਬ ਕਮਰੇ 'ਚ ਏਦਾਂ ਹੈ ਕਿ ਉਹ ਆਪਣੇ ਚੋਣ ਹਲਕੇ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ। ਸਿੱਧੂ ਇੱਕਦਮ ਇਹ ਵੀ ਲੱਗਦਾ ਕਿ ਜਿਵੇਂ ਉਹ ਖਾਮੋਸ਼ ਜਿਹਾ ਹੋ ਗਿਆ, ਕੁਛ ਇਸ ਵੇਲੇ ਬੋਲ ਨਹੀਂ ਰਿਹਾ ਜਿਸ ਢੰਗ ਦੇ ਨਾਲ ਉਹ ਪਹਿਲਾਂ ਬੋਲ ਰਿਹਾ ਸੀ। ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਜਿਹੜਾ ਰੇਤ ਮਾਫੀਆ ਹੈ, ਸਿੱਧਾ ਇਸ਼ਾਰਾ ਉਹਨਾਂ ਨੇ ਕੀਤਾ ਹੈ ਵੀ ਜਿਹੜਾ ਚੰਨੀ ਹੈ ਇਹ ਰੇਤ ਮਾਫੀਆ ਹੈ ਔਰ ਇਹਨਾਂ ਨੂੰ ਸੀਐਮ ਦਾ ਚਿਹਰਾ ਬਣਾ ਕੇ ਪੰਜਾਬ ਦੇ ਲੋਕਾਂ ਦੇ ਉੱਤੇ ਠੋਸ ਦਿੱਤਾ ਹੈ। ਇਹ ਪੰਜਾਬ ਦੇ ਲੋਕਾਂ ਦਾ ਕੀ ਭਲਾ ਕਰ ਸਕਦਾ ਹੈ ਜਿਹਦੇ ਰਿਸ਼ਤੇਦਾਰ ਦੇ ਘਰੋਂ ਇੰਨਾ ਪੈਸਾ ਮਿਲਿਆ ਤੇ ਜਿਹੜੇ ਆਪ ਹੀ ਇਸ ਢੰਗ ਦੇ ਨਾਲ ਪੈਸਾ ਕਮਾਉਣ ਦੇ ਵਿੱਚ ਲੱਗੇ ਹੋਏ ਨੇ। ਤੇ ਫਿਰ ਦੂਜੇ ਪਾਸੇ ਜਿਹੜਾ ਚੰਨੀ ਆ ਉਹਨੂੰ ਕਿਹਾ ਜਾਂਦਾ ਹੈ ਕਿ ਇਹ ਗਰੀਬ ਆਦਮੀ ਹੈ ਤੇ ਆਮ ਆਦਮੀ ਪਾਰਟੀ ਹੈ, ਆਮ ਵਿਅਕਤੀ ਹੈ, ਗਰੀਬ ਪਰਿਵਾਰ ਨਾਲ ਸੰਬੰਧਿਤ ਹੈ, ਗਰੀਬ ਘਰ ਤੋਂ ਆਇਆ। ਕਿਉਂਕਿ ਰਾਹੁਲ ਗਾਂਧੀ ਹੋਰਾਂ ਨੇ ਲੁਧਿਆਣਾ ਦੇ ਵਿੱਚ ਜਿਹੜੀ ਵਰਚੁਅਲ ਰੈਲੀ ਦੇ ਵਿੱਚ ਸਪੀਚ ਦਿੱਤੀ ਸੀ ਉਹਦੇ 'ਚ ਇਸ ਗੱਲ ਦੇ ਉੱਤੇ ਬਹੁਤ ਜ਼ਿਆਦਾ ਕੰਸਨਟਰੇਟ ਕੀਤਾ ਸੀ, ਬਹੁਤ ਜ਼ਿਆਦਾ ਇਸ ਗੱਲ ਦੇ ਉੱਤੇ ਉਹਨਾਂ ਧਿਆਨ ਦਿੱਤਾ ਸੀ ਕਿ ਇਹ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ, ਆਮ ਸਧਾਰਨ ਪਰਿਵਾਰ ਨਾਲ ਸੰਬੰਧਿਤ ਹੈ ਔਰ ਇਸ ਨੂੰ ਅਸੀਂ ਅੱਗੇ ਲੈ ਕੇ ਆਏ ਹਾਂ। ਤੇ ਉਹਨਾਂ ਨੇ ਕਿਹਾ ਵੀ ਜੇ 10-10 ਕਰੋੜ ਰੁਪਈਆ ਉਹਨਾਂ ਦੇ ਘਰਾਂ ਤੋਂ ਮਿਲਦਾ ਤੇ ਉਹ ਕਿੰਨਾ ਗਰੀਬ ਹੈ, ਜਦਕਿ ਹੁਣ ਤਾਂ ਗੱਲ ਅੱਗੇ ਵੱਧ ਕੇ 325 ਕਰੋੜ ਤੱਕ ਪਹੁੰਚ ਗਈ ਹੈ ਜੀ। ਤੇ ਫਿਰ ਇਸ ਕਰਕੇ ਵਿਰੋਧੀਆਂ ਨੂੰ ਮੌਕਾ ਮਿਲ ਜਾਂਦਾ ਕਿ ਉਹਨਾਂ ਦੇ ਉੱਤੇ ਨਿਸ਼ਾਨੇ ਜਿਹੜੇ ਨੇ ਉਹ ਕੱਸੇ ਜਾਣ ਕਿ ਉਹਨਾਂ ਦੇ ਕੋਲ ਇੰਨਾ ਪੈਸਾ ਹੋਣ ਦੇ ਬਾਵਜੂਦ ਵੀ ਉਹ ਗਰੀਬ ਕਿਸ ਤਰ੍ਹਾਂ ਨੇ। ਸੋ ਇਸ ਨੂੰ ਲੋਕਾਂ ਦੇ ਉੱਤੇ ਠੋਸਿਆ ਗਿਆ, ਇਹ ਲੋਕਾਂ ਦਾ ਕਦੇ ਵੀ ਭਲਾ ਨਹੀਂ ਕਰ ਸਕਦਾ। ਦੂਜਾ, ਉਹਨਾਂ ਨੇ ਇਹ ਕਿਹਾ ਕਿ ਜਦੋਂ ਚੰਨੀ ਮੰਤਰੀ ਸੀ ਤੇ ਜਿਹੜੇ ਐਸਸੀ ਵਿਦਿਆਰਥੀ ਸੀ ਉਹਨਾਂ ਦੇ ਵਜ਼ੀਫੇ ਰੁਕ ਗਏ, ਬਹੁਤ ਸਾਰਾ ਪੈਸਾ ਜਿਹੜਾ ਸੀ ਉਹ ਵਜ਼ੀਫਿਆਂ ਦਾ ਖੁਰਦ-ਬੁਰਦ ਹੋ ਗਿਆ, ਅੱਜ ਤੱਕ ਉਹ ਸਾਹਮਣੇ ਨਹੀਂ ਆ ਸਕਿਆ। ਸਿਰਫ ਇੱਕ ਦੂਜੇ ਉੱਤੇ ਇਲਜ਼ਾਮਬਾਜ਼ੀ ਲੱਗਣ ਤੋਂ ਬਾਅਦ ਉਹਦੇ ਵਿੱਚ ਕੋਈ ਵੀ ਨਤੀਜਾ ਸਾਹਮਣੇ ਨਹੀਂ ਆਇਆ ਔਰ ਜਿਹੜੇ ਉਹ ਵਿਦਿਆਰਥੀ ਸੀਗੇ, ਐਸਸੀ ਵਿਦਿਆਰਥੀ ਸੀ, ਉਹ ਅੱਜ ਤੱਕ ਵੀ ਇਸ ਗੱਲ ਨੂੰ ਲੈ ਕੇ ਚਿੰਤਾ ਵਿੱਚ ਪਰੇਸ਼ਾਨੀ ਵਿੱਚ ਨੇ, ਚਿੰਤਾ ਵਿੱਚ ਨੇ। ਉਹਨਾਂ ਦੇ ਨਤੀਜੇ ਵੀ ਪ੍ਰਭਾਵਿਤ ਹੋਏ, ਕੈਰੀਅਰ ਵੀ ਪ੍ਰਭਾਵਿਤ ਹੋਇਆ, ਫਿਊਚਰ ਵੀ ਪ੍ਰਭਾਵਿਤ ਹੋਇਆ ਔਰ ਇਸ ਕਰਕੇ ਇਹ ਕਹਿਣਾ ਕਿ ਇਹ ਉਹਨਾਂ ਵਿਦਿਆਰਥੀਆਂ ਦਾ ਜਾਂ ਦਲਿਤ ਭਾਈਚਾਰੇ ਦਾ ਭਲਾ ਕਰ ਸਕੇਗਾ, ਸੁਖਬੀਰ ਨੇ ਇਹ ਨਿਸ਼ਾਨਾ ਵੀ ਲਾਇਆ ਕਿ ਇਹਦੇ ਕੋਲੋਂ ਇਹ ਉਮੀਦ ਨਹੀਂ ਹੋ ਸਕਦੀ ਕਿ ਜਿਹਨੂੰ ਗਰੀਬ
ਕਹਿ ਕੇ ਉਹ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ, ਉਹ ਕਰੋੜਾਂ ਰੁਪਈਆਂ ਦਾ ਮਾਲਕ ਹੈ, ਉਹ ਐਸਸੀ ਵਿਦਿਆਰਥੀਆਂ ਦਾ ਵੀ ਗੁਨਾਹਗਾਰ ਹੈ, ਹੋਰ ਵੀ ਉਹਨਾਂ ਨੇ ਦੇ ਜੀ। ਰਾਜ ਵਿੱਚ ਕਈ ਕੁਝ ਹੋਇਆ ਹੈ। ਇਸ ਕਰਕੇ ਲੋਕਾਂ ਦਾ ਉਹ ਭਲਾ ਨਹੀਂ ਕਰ ਸਕਦਾ। ਦੂਜੇ ਪਾਸੇ ਉਹਨਾਂ ਨੇ ਇਹ ਕਿਹਾ ਸੀ ਕਿ ਸਿੱਧੂ ਜਿਹੜਾ ਹੈ ਉਹਨੂੰ ਬੰਨ੍ਹ ਦਿੱਤਾ ਉਹਨਾਂ ਨੇ, ਜਿਹੜਾ ਆਪਣੇ ਆਪ ਨੂੰ ਘੋੜਾ, ਅਰਬੀ ਘੋੜਾ ਦੱਸ ਰਿਹਾ ਸੀ, ਉਹਦੀਆਂ ਲੱਤਾਂ ਬੰਨ੍ਹ ਕੇ ਉਹਨੂੰ ਇੱਕ ਇਲਾਕੇ ਤੱਕ ਹੀ ਸੀਮਿਤ ਕਰ ਦਿੱਤਾ ਗਿਆ, ਮਤਲਬ ਕਿ ਪਿੱਛੇ ਕਰ ਦਿੱਤਾ ਗਿਆ। ਤੇ ਇਹਦੇ ਨਾਲ ਜਿਹੜੀ ਕਾਂਗਰਸ ਹੈ ਉਹਦੀ ਹਾਲਤ ਖਰਾਬ ਹੁੰਦੀ ਜਾ ਰਹੀ ਹੈ। ਤੇ ਜਿਹੜੀ ਗੱਲ ਹੈ ਜੀ ਉਹਨਾਂ ਦੀ ਗਰੀਬੀ ਬਾਰੇ ਕਿ ਚਰਨਜੀਤ ਚੰਨੀ ਕੋਲ ਕਿੰਨੇ ਕੁ ਪੈਸੇ ਨੇ, ਇਹਦੇ ਬਾਰੇ ਤਾਂ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨੇ ਵੀ ਬਿਆਨ ਜਾਰੀ ਕੀਤਾ। ਮੀਡੀਆ ਨਾਲ ਗੱਲ ਕਰਦੇ ਹੋਏ ਉਹਨਾਂ ਨੇ ਕਿਹਾ, ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਹਿੰਦੇ ਵੀ ਤੁਹਾਨੂੰ ਲੱਗਦਾ ਵੀ ਚਰਨਜੀਤ ਚੰਨੀ ਬਹੁਤ ਗਰੀਬ ਨੇ, ਉਹਨਾਂ ਕੋਲ ਕਿੰਨੇ ਕੁ ਪੈਸੇ ਨੇ, ਕਹਿੰਦੇ ਸਾਡੇ ਨਾਲੋਂ ਜ਼ਿਆਦਾ ਨੇ, ਸਾਡੇ ਨਾਲੋਂ ਕਹਿੰਦੇ ਉਹ ਘੱਟ ਗਰੀਬ ਨੇ। ਨਵਜੋਤ ਕੌਰ ਸਿੱਧੂ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ। ਇਹ ਵੀ ਉਹਨਾਂ ਨੇ ਗੱਲ ਕੀਤੀ ਹੈ ਕਿ ਉਹਨਾਂ ਦੇ ਕੋਲ ਜਿਹੜਾ ਸਾਡੇ ਨਾਲੋਂ ਜ਼ਿਆਦਾ ਪੈਸੇ ਨੇ। ਦੂਜੀ ਗੱਲ ਉਹਨਾਂ ਨੇ ਇਹ ਵੀ ਕਹੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਆਪਣੇ ਚਿਹਰੇ ਵਾਸਤੇ ਫਿੱਟ ਨਹੀਂ ਸੀ, ਬਲਕਿ ਉਹਦੇ ਮੁਕਾਬਲੇ ਦੇ ਵਿੱਚ ਨਵਜੋਤ ਸਿੱਧੂ ਜਿਹੜਾ ਉਹ ਜ਼ਿਆਦਾ ਫਿੱਟ ਸੀ। ਉਹਨਾਂ ਨੇ ਕਿਹਾ ਕਿ ਕੁਝ ਮਾਪਦੰਡ ਜਿਹੜੇ ਨੇ ਉਹ ਤੈਅ ਹੋਣੇ ਚਾਹੀਦੇ ਨੇ, ਇਹ ਨਹੀਂ ਹੋਣਾ ਚਾਹੀਦਾ ਜੋ ਕੁਝ ਕੱਲ ਉਹਨਾਂ ਨੇ ਡਾਕਟਰ ਨਵਜੋਤ ਕੌਰ ਸਿੱਧੂ ਨੇ ਕਿਹਾ ਹੋਇਆ ਕਿ ਇਹਦੇ ਵਾਸਤੇ ਰਾਹੁਲ ਗਾਂਧੀ ਜਿਹੜੇ ਉਹਨਾਂ ਨੂੰ ਮਿਸਗਾਈਡ ਕੀਤਾ ਗਿਆ, ਮਿਸਗਾਈਡ ਕਰਕੇ ਜਿਹੜਾ ਇਹਨਾਂ ਦਾ ਨਾਮ ਸਾਹਮਣੇ ਲਿਆ ਕੇ ਇਹਨਾਂ ਨੂੰ ਅੱਗੇ ਲਿਆਂਦਾ ਗਿਆ ਤਾਂ ਕਿ ਨਵਜੋਤ ਸਿੰਘ ਸਿੱਧੂ ਵਰਗੇ ਸੱਚੇ ਸੁੱਚੇ ਇਮਾਨਦਾਰ ਬੰਦੇ ਨੂੰ ਪਿੱਛੇ ਕੀਤਾ ਜਾਵੇ ਤੇ ਇਸ ਤਰ੍ਹਾਂ ਦੇ ਬੰਦੇ ਨੂੰ ਅੱਗੇ ਲਿਆਂਦਾ ਜਾਵੇ ਜਿਹੜਾ ਨਾਮ ਲੋਕਾਂ ਦੇ ਉੱਤੇ ਕੋਈ ਇਸ ਤਰ੍ਹਾਂ ਦਾ ਕਰ ਸਕੇ ਤੇ ਆਪ ਵੀ ਖਾਈ ਜਾਵੇ ਤੇ ਦੂਜਿਆਂ ਨੂੰ ਵੀ ਖਾਣ ਦੇਵੇ। ਜਿਹੜਾ ਭ੍ਰਿਸ਼ਟ ਟੋਲਾ ਸੀਗਾ ਇਨਡਾਇਰੈਕਟਲੀ ਉਹਨਾਂ ਕਹਿ ਸਕਦਾ ਸੀ ਕਿ ਉਹ ਇਹ ਚਾਹੁੰਦੇ ਸੀ ਕਿ ਇਹਨਾਂ ਨੂੰ ਅੱਗੇ ਲਿਆਂਦਾ ਜਾਵੇ। ਇਸ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੈ ਵਾਸੂ ਜੀ ਕਿ ਜਿਹੜਾ ਮੁੱਖ ਮੰਤਰੀ ਇਹਨੂੰ ਵੀ ਬਣਾਇਆ ਜਾਣਾ ਹੁੰਦਾ ਹੈ, ਭਾਵੇਂ ਉਹਦਾ ਫੇਸ ਲੱਭਿਆ ਗਿਆ ਜਾਂ ਕੱਲ ਨੂੰ ਇਲੈਕਸ਼ਨ ਤੋਂ ਬਾਅਦ ਵੀ ਜੇ ਤੁਸੀਂ ਬਣਾਉਣਾ, ਉਹਦੇ ਲਈ ਕੁਝ ਮਾਪਦੰਡ ਤੈਅ ਹੋਣੇ ਚਾਹੀਦੇ ਹੈ। ਉਹਦੀ ਐਜੂਕੇਸ਼ਨ ਵੇਖਣੀ ਚਾਹੀਦੀ ਹੈ, ਉਹਦੇ ਕੰਮ ਵੇਖਣੇ ਚਾਹੀਦੇ ਨੇ, ਉਹਦੀ ਇਮਾਨਦਾਰੀ ਵੇਖਣੀ ਚਾਹੀਦੀ ਹੈ। ਤੇ ਇਸ ਲਿਹਾਜ਼ ਨਾਲ ਕਿਸੇ ਵੀ ਤਰ੍ਹਾਂ ਉਹਨਾਂ ਨੇ ਕਿਹਾ ਨਵਜੋਤ ਕੌਰ ਸਿੱਧੂ ਨੇ ਕਿ ਕਿਸੇ ਵੀ ਢੰਗ ਦੇ ਨਾਲ ਜਿਹੜੇ ਚਰਨਜੀਤ ਸਿੰਘ ਚੰਨੀ ਨੇ ਉਹ ਸਿੱਧੂ ਦੇ ਮੁਕਾਬਲੇ ਬਹੁਤ ਮਤਲਬ ਪਿੱਛੇ ਰਹਿ ਜਾਂਦੇ। ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਹੀ ਇਹਦਾ ਐਲਾਨਣਾ ਚਾਹੀਦਾ ਸੀ, ਪਰ ਰਾਹੁਲ ਗਾਂਧੀ ਨੂੰ ਮਿਸਗਾਈਡ ਕਰਕੇ ਜਿਹੜੇ ਕੁਝ ਲੋਕ ਇਹ ਚਾਹੁੰਦੇ ਨਹੀਂ ਸੀ ਕਿ ਸਿੱਧੂ ਅੱਗੇ ਆਵੇ, ਇਸ ਕਰਕੇ ਉਹਨਾਂ ਨੇ ਉਹਨਾਂ ਦੇ ਉੱਤੇ ਪ੍ਰਭਾਵ ਪਾ ਕੇ ਉਹਨਾਂ ਨੂੰ ਮਿਸਗਾਈਡ ਕਰਕੇ ਉਹਨਾਂ ਨੂੰ ਗੁੰਮਰਾਹ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਲਿਆਂਦਾ। ਜੀ ਸੰਧੂ ਸਾਹਿਬ, ਹੁਣ ਪਾਰਟੀਆਂ ਵੱਲੋਂ ਜਿਹੜੇ ਵੱਖੋ ਵੱਖਰੇ ਕੈਂਡੀਡੇਟਸ ਨਿਯੁਕਤ ਕੀਤੇ ਗਏ ਨੇ ਉਹਨਾਂ ਵਿੱਚੋਂ ਕਈਆਂ ਦਾ ਬੜਾ ਖਾਸਾ ਵਿਰੋਧ ਹੋ ਰਿਹਾ, ਲੋਕ ਖਰੀਆਂ ਸੁਣਾ ਰਹੇ ਨੇ। ਲੋਕ ਪਹਿਲਾਂ ਦੇ ਮੁਕਾਬਲੇ ਆਪਾਂ ਜੇ ਇਹ ਕਹੀਏ ਨਾ ਵਾਸੂ ਜੀ, ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦਾ ਵੋਟਰ ਹੈ ਪਹਿਲਾਂ ਦੇ ਮੁਕਾਬਲੇ ਜਾਗਰੂਕ ਹੈ। ਪਹਿਲਾਂ ਇੰਨਾ ਜਾਗਰੂਕ ਵੋਟਰ ਨਹੀਂ ਸੀ। ਅੱਜ ਆਮ ਜਿਹੜੇ ਵੋਟਰ ਹੈ ਜਾਂ ਆਮ ਲੋਕ ਹੈ ਜਿਹੜੇ ਉਹ ਵੀ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਕਿ ਤੁਹਾਡੇ ਇਲਾਕੇ 'ਚ ਕੌਣ ਖੜਾ ਹੈ, ਇੱਥੇ ਕੌਣ ਖੜਾ ਹੈ, ਕੌਣ ਕਿੱਥੇ ਆ ਰਿਹਾ, ਔਰ ਲੋਕ ਅੱਗੋਂ ਉਹਨਾਂ ਨੂੰ ਸਵਾਲ ਪੁੱਛਣ ਲੱਗ ਪਏ ਨੇ। ਗਲੀਆਂ ਦੇ ਵਿੱਚ, ਮੁਹੱਲਿਆਂ ਦੇ ਵਿੱਚ, ਪਿੰਡਾਂ ਦੇ ਵਿੱਚ ਜਦੋਂ ਵੀ ਕੋਈ ਕੈਂਡੀਡੇਟ ਜਾਂਦਾ ਹੈ ਤੇ ਉਸ ਨੂੰ ਸਵਾਲ ਪੁੱਛੇ ਜਾਂਦੇ ਨੇ, ਉਹਨਾਂ ਨੂੰ ਘੇਰਿਆ ਜਾਂਦਾ ਹੈ। ਕਈ ਥਾਵਾਂ ਦੇ ਉੱਤੇ ਲੜਾਈਆਂ ਝਗੜੇ ਵੀ ਹੋ ਜਾਂਦੇ ਨੇ ਜਿਹੜੇ ਉਹ ਕੈਂਡੀਡੇਟ ਦੇ ਨਾਲ ਵਰਕਰ ਹੁੰਦੇ ਨੇ ਉਹਨਾਂ ਦੇ ਵਿੱਚ, ਔਰ ਕਈ ਥਾਵਾਂ ਦੇ ਉੱਤੇ ਜਿਹੜੇ ਕਿਸਾਨ ਮੋਰਚੇ ਵਾਲੇ ਨੇ ਉਹ ਅਜੇ ਵੀ ਉਹ ਵੀ ਘੇਰ ਰਹੇ ਨੇ ਉਮੀਦਵਾਰਾਂ ਨੂੰ। ਬਹੁਤ ਸਾਰੇ ਉਮੀਦਵਾਰਾਂ ਦੀ ਗੱਲ ਹੈ, ਆਪਾਂ ਸਾਰੇ ਉਮੀਦਵਾਰਾਂ ਦੇ ਉਹਨਾਂ ਦੇ ਨਾਵਾਂ ਦਾ ਜ਼ਿਕਰ ਕਰਨਾ ਮੇਰੇ ਖਿਆਲ ਵਾਜਿਬ ਨਹੀਂ ਹੈ, ਕਿਉਂਕਿ ਬਹੁਤ ਜ਼ਿਆਦਾ ਇਲਾਕਿਆਂ ਦੇ ਵਿੱਚ ਉਮੀਦਵਾਰਾਂ ਨੂੰ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਜੇ ਤਾਂ ਸ਼ੁਕਰ ਦੀ ਗੱਲ ਇਹ ਹੈ ਕਿ ਬਹੁਤ ਜ਼ਿਆਦਾ ਓਪਨ ਜਿਹੜੀਆਂ ਰੈਲੀਆਂ ਨੇ ਉਹ ਨਹੀਂ ਹੁੰਦੀਆਂ, ਵਰਚੁਅਲ ਰੈਲੀਆਂ ਹੁੰਦੀਆਂ ਨੇ ਜਾਂ ਡੋਰ ਟੂ ਡੋਰ ਜਿਹੜੇ ਪ੍ਰਚਾਰ ਹੁੰਦੇ ਨੇ, ਕਿਸੇ ਇੱਕ ਗਲੀ ਚੋਂ ਲੰਘੇ ਦੂਜੀ ਚੋਂ ਚਲੇ ਗਏ, ਬਹੁਤ ਜ਼ਿਆਦਾ ਲੋਕ ਉੱਥੇ ਇਕੱਠੇ ਨਹੀਂ ਹੁੰਦੇ। ਇਸ ਕਰਕੇ ਕਈ ਗੱਲਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ, ਔਰ ਇਸ ਦੇ ਬਾਵਜੂਦ ਵੀ ਕਈ ਗੱਲਾਂ ਸਾਹਮਣੇ ਆ ਜਾਂਦੀਆਂ। ਉਦਾਹਰਨ ਦੇ ਤੌਰ ਤੇ ਇਹ ਵੀ ਪਤਾ ਲੱਗਿਆ ਕਿ ਜਦੋਂ ਨਵਜੋਤ ਸਿੰਘ ਸਿੱਧੂ ਜਿਹੜਾ ਉਹ ਡੋਰ ਟੂ ਡੋਰ ਪ੍ਰਚਾਰ ਕਰਨ ਲਈ ਆਪਣੇ ਇਲਾਕੇ ਦੇ ਵਿੱਚ ਗਿਆ ਸੀ ਤੇ ਕੁਝ ਲੋਕਾਂ ਨੇ ਜਿਹੜੇ ਉੱਥੇ ਦਰਵਾਜ਼ੇ ਆਪਣੇ ਬੰਦ ਕਰ ਲਏ ਔਰ ਉਹਨਾਂ ਨਾਲ ਗੱਲ ਕਰਨੀ ਮੁਨਾਸਬ ਨਹੀਂ ਸਮਝੀ। ਉਹਦੇ 'ਚ ਦੋ ਕਾਰਨ ਹੁੰਦੇ ਆ। ਇੱਕ ਕਾਰਨ ਇਹ ਹੁੰਦਾ ਕਿ ਲੋਕ ਇਸ ਗੱਲ ਤੋਂ ਨਿਰਾਸ਼ ਮਾਯੂਸ ਹੁੰਦੇ ਨੇ ਕਿ ਜਿਸ ਤਰ੍ਹਾਂ ਦਾ ਵਿਕਾਸ, ਜਿਸ ਤਰ੍ਹਾਂ ਦੀਆਂ ਸਹੂਲਤਾਂ, ਜੋ ਚੀਜ਼ ਅਸੀਂ ਚਾਹੁੰਦੇ ਸੀ ਸਾਡੇ ਇਲਾਕੇ ਵਿੱਚ ਉਹ ਸਾਨੂੰ ਮਿਲ ਨਹੀਂ ਸਕੀ। ਔਰ ਜਿਹੜੇ ਸਾਡੇ ਕੈਂਡੀਡੇਟ ਜਿਹੜੇ ਜਿੱਤ ਕੇ ਗਏ ਸੀਗੇ, ਜਿਹੜੇ ਸਾਡੀ ਪ੍ਰਤੀਨਿਧਤਾ ਕਰ ਰਹੇ ਸੀਗੇ ਅਸੈਂਬਲੀ ਦੇ ਵਿੱਚ, ਸਰਕਾਰ ਦੇ ਵਿੱਚ, ਉਹਨਾਂ ਨੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ। ਕੁਝ ਲੋਕ ਤਾਂ ਇਸ ਗੱਲੋਂ ਨਾਰਾਜ਼ ਹੁੰਦੇ ਨੇ। ਕੁਝ ਲੋਕ ਜਿਹੜੇ ਨੇ ਉਹ ਦੂਜੀਆਂ ਪਾਰਟੀਆਂ ਦੇ ਹੁੰਦੇ ਨੇ, ਕਿਉਂਕਿ ਦੂਜੀਆਂ ਪਾਰਟੀਆਂ ਦੇ ਵੋਟਰ ਜਿੱਥੇ ਹੋਣਗੇ ਜ਼ਰੂਰੀ ਗੱਲ ਹੈ ਕਿ ਉਹ ਉਸ ਦੂਜੇ ਕੈਂਡੀਡੇਟ ਦਾ ਵਿਰੋਧ ਕਰਨਗੇ ਜਦੋਂ ਵੀ ਉਹ ਉਹਨਾਂ ਦੇ ਇਲਾਕੇ ਵਿੱਚ ਆਵੇਗਾ, ਮਹੱਲੇ 'ਚ ਆਵੇਗਾ, ਗਲੀ 'ਚ ਆਵੇਗਾ, ਤੇ ਉਹ ਉਸ ਦਾ ਵਿਰੋਧ ਕਰਨਗੇ।
ਔਰ ਕਈ ਥਾਵਾਂ ਦੇ ਉੱਤੇ ਇਹ ਗੱਲ ਜਿਹੜੀ ਆ ਉਹ ਸਧਾਰਨ ਵੀ ਹੁੰਦੀ ਹੈ ਕਿ ਸੱਚਮੁੱਚ ਹੀ ਲੋਕ ਜਿਹੜੇ ਉਹ ਕਈਆਂ ਗੱਲਾਂ ਤੋਂ ਪਰੇਸ਼ਾਨ ਹੁੰਦੇ ਨੇ। ਕੱਲ ਦੀ ਗੱਲ ਇਹ ਵੀ ਹੈ ਕਿ ਇੱਥੇ ਜਲੰਧਰ ਦੇ ਵਿੱਚ ਵੀ ਆਪਣੇ ਜਿਹੜੇ ਸਰਦਾਰ ਪ੍ਰਗਟ ਸਿੰਘ ਹੈ, ਕਾਂਗਰਸ ਦੇ ਵਿੱਚ ਖੇਡ ਮੰਤਰੀ ਵੀ ਹੈ ਔਰ ਪਿਛਲੀ ਵਾਰ ਇੱਥੋਂ ਜਲੰਧਰ ਛਾਉਣੀ ਤੋਂ ਜਿੱਤੇ ਸੀ, ਉਹ ਜਦੋਂ ਪ੍ਰਚਾਰ ਕਰਨ ਗਏ, ਖਾਸ ਕਰਕੇ ਉਹਨਾਂ ਦੇ ਪਿਤਾ ਜੀ ਵੀ ਉਹਨਾਂ ਦੇ ਨਾਲ ਜਿਹੜਾ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਸੀ ਉਹਦੇ ਵਿੱਚ ਗਏ, ਤਾਂ ਉਹਨਾਂ ਦੀ ਕਾਫੀ ਲੋਕਾਂ ਦੇ ਨਾਲ ਬਹਿਸਬਾਜ਼ੀ ਹੋਈ ਕਿ ਹੁਣ ਤੁਸੀਂ 5 ਸਾਲਾਂ ਬਾਅਦ ਸਾਨੂੰ ਸ਼ਕਲ ਦਿਖਾਉਣ ਆਏ ਹੋ, 5 ਸਾਲ ਤੁਸੀਂ ਕਿੱਥੇ ਰਹੇ ਹੋ ਔਰ ਸਾਡੀ ਸਥਿਤੀ ਜਿਹੜੀ ਆ ਉਹ ਅਜੇ ਉਸੇ ਤਰ੍ਹਾਂ ਦੀ ਹੈ। ਸਾਡੇ ਇਲਾਕੇ ਵਿੱਚ ਕੋਈ ਵਿਕਾਸ ਨਹੀਂ ਹੋਇਆ, ਕੋਈ ਕੰਮ ਨਹੀਂ ਹੋਇਆ, ਸੜਕਾਂ ਦੀ ਮੁਰੰਮਤ ਨਹੀਂ ਹੋਈ, ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਲੋਕਾਂ ਨੇ ਗਾਈਆਂ ਤੇ ਕਾਫੀ ਬਹਿਸ ਹੋਈ। ਤੇ ਉਹਨਾਂ ਦੇ ਜਿਹੜੇ ਪਿਤਾ ਜੀ ਆ ਪ੍ਰਗਟ ਸਿੰਘ ਦੇ, ਉਹਨਾਂ ਨੇ ਵੀ ਅੱਗੋਂ ਇਹ ਗੱਲ ਕਹੀ ਉਹਨਾਂ ਨੂੰ ਕਿ ਜੇ ਨਹੀਂ ਵਿਕਾਸ ਹੋਇਆ ਤਾਂ ਚੰਗਾ ਤੁਸੀਂ ਨਾ ਪਾਓ ਵੋਟ। ਗੱਲ ਜਿਹੜੀ ਸੀ ਉਹ ਸ਼ਾਇਦ ਆਪਸ ਵਿੱਚ ਉਲਝਣ ਤੱਕ ਵੀ ਪਹੁੰਚ ਜਾਂਦੀ, ਪਰ ਜਿਹੜੇ ਉਹਨਾਂ ਦੇ ਨਾਲ ਕੁਝ ਸਪੋਰਟਰ ਸੀ, ਹਮਾਇਤੀ ਸੀ ਕੈਂਡੀਡੇਟ ਦੇ ਜਿਹੜੇ ਪ੍ਰਗਟ ਸਿੰਘ ਦੇ ਪਿਤਾ ਦੇ ਨਾਲ ਆਏ, ਉਹ ਉਹਨਾਂ ਨੂੰ ਉੱਥੋਂ ਹਟਾ ਕੇ ਲੈ ਗਏ। ਇਸ ਤਰ੍ਹਾਂ ਦੀਆਂ ਗੱਲਾਂ ਫਿਰੋਜ਼ਪੁਰ ਦੇ ਵਿੱਚ ਵੀ ਇੱਕ ਦੋ ਥਾਵਾਂ ਤੇ, ਮੁਕਤਸਰ ਦੇ ਵਿੱਚ ਇੱਕ ਦੋ ਥਾਵਾਂ ਦੇ ਉੱਤੇ ਕਾਫੀ ਜਿਹੜੀ ਆ ਵੱਡੀ ਲੈਵਲ ਦੇ ਉੱਤੇ ਬਹਿਸਬਾਜ਼ੀ, ਮਾਲਵੇ ਦੇ ਵਿੱਚ ਬਹੁਤ ਜ਼ਿਆਦਾ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਕਿ ਲੋਕ ਇਹ ਚੀਜ਼ ਪੁੱਛਦੇ ਨੇ ਕਿ ਤੁਸੀਂ ਆਹ ਗੱਲ ਪਿਛਲੀ ਵਾਰੀ ਕਹੀ ਸੀ, ਤੁਹਾਡੀ ਪਾਰਟੀ ਨੇ ਪੂਰੀ ਨਹੀਂ ਕੀਤੀ। ਕੁਝ ਗੱਲਾਂ ਜਿਹੜੀਆਂ ਨੇ ਸੂਬੇ ਨਾਲ ਸੰਬੰਧਿਤ ਹੁੰਦੀਆਂ ਨੇ, ਕੁਝ ਗੱਲਾਂ ਜਿਹੜੀਆਂ ਨੇ ਹਲਕੇ ਦੇ ਨਾਲ ਸੰਬੰਧਿਤ ਹੁੰਦੀਆਂ ਨੇ ਔਰ ਇਹ ਜ਼ਰੂਰੀ ਨਹੀਂ ਹੈ ਕਿ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਨੂੰ ਹੀ ਘੇਰਿਆ ਜਾਂਦਾ ਹੈ। ਅਕਾਲੀ ਦਲ ਨੂੰ ਵੀ ਸਵਾਲ ਪੁੱਛੇ ਜਾਂਦੇ ਨੇ ਕਿ ਤੁਹਾਡੇ ਰਾਜ ਦੇ ਵਿੱਚ ਕੀ ਕੁਝ ਹੋਇਆ ਸੀ ਤੇ ਹੁਣ ਤੁਸੀਂ ਅੱਗੋਂ ਕੀ ਕਰੋਗੇ, ਤੁਹਾਡੇ ਕੋਲ ਸਵਾਏ ਕਾਂਗਰਸ ਨੂੰ ਨਿੰਦਣ ਤੋਂ ਕੋਈ ਹੋਰ ਯੋਜਨਾ ਹੈ ਤੇ ਉਹ ਲੈ ਕੇ ਆਓ। ਇਸ ਤਰ੍ਹਾਂ ਦੇ ਸਵਾਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਕੀਤੇ ਜਾਂਦੇ ਨੇ ਕਿ ਤੁਸੀਂ ਨੈਸ਼ਨਲ ਪੱਧਰ ਦੇ ਉੱਤੇ, ਕੌਮੀ ਪੱਧਰ ਦੇ ਉੱਤੇ, ਸਟੇਟ ਪੱਧਰ ਦੇ ਉੱਤੇ ਹਲਕਿਆਂ ਦੇ ਵਿੱਚ ਸਿਰਫ ਤੁਸੀਂ ਕਾਂਗਰਸ ਨੂੰ ਬੁਰਾ ਭਲਾ ਕਹਿੰਦੇ ਹੋ। ਕੀ ਕਾਂਗਰਸ ਨੂੰ ਬੁਰਾ ਭਲਾ ਕਹਿਣ ਤੋਂ ਇਲਾਵਾ ਤੁਹਾਡੇ ਕੋਲ ਕੁਝ ਹੋਰ ਚੰਗੀ ਯੋਜਨਾ ਹੈ ਜਿਹੜੀ ਇਲਾਕੇ ਦੀ ਖੁਸ਼ਹਾਲੀ ਵਾਸਤੇ, ਲੋਕਾਂ ਦੀ ਭਲਾਈ ਵਾਸਤੇ ਤੁਸੀਂ ਲੈ ਕੇ ਆਓ? ਕਿਉਂਕਿ ਜਿਹੜੇ ਉਮੀਦਵਾਰ ਹੈ ਜਾਂ ਉਹਨਾਂ ਦੇ ਹਮਾਇਤੀ ਜਿਹੜੇ ਵੀ ਚੋਣ ਪ੍ਰਚਾਰ ਤੇ ਨਿਕਲੇ ਹੁੰਦੇ ਆ, ਉਹ ਇਹੋ ਜਿਹੀਆਂ ਗੱਲਾਂ ਲਈ ਘਰੋਂ ਤਿਆਰ ਹੋ ਕੇ ਕਹਿ ਨਹੀਂ ਹੁੰਦੇ ਕਿ ਜੇ ਸਾਨੂੰ ਆਹ ਸਵਾਲ ਪੁੱਛਿਆ ਜਾਏਗਾ ਤੇ ਅਸੀਂ ਉਹਦਾ ਕੀ ਜਵਾਬ ਦੇਵਾਂਗੇ, ਸਾਡੇ ਕੋਲ ਕਿਹੜੀ ਯੋਜਨਾ ਹੈ, ਕਿਸ ਤਰ੍ਹਾਂ ਦੀ ਯੋਜਨਾ ਹੈ। ਇਸ ਕਰਕੇ ਫਿਰ ਉੱਥੇ ਕਈ ਵਾਰੀ ਤਾਂ ਉਹ ਟਾਲਾ ਵੱਟ ਕੇ ਨਿਕਲ ਜਾਂਦੇ ਨੇ ਤੇ ਕਈ ਵਾਰੀ ਉੱਥੇ ਬਹਿਸਬਾਜ਼ੀ ਜਿਹੜੀ ਹੈ ਉਹ ਵੀ ਹੋ ਜਾਂਦੀ ਹੈ, ਝੜਪ ਤੱਕ ਹੋਣ ਦੀ ਜਿਹੜੀ ਸਥਿਤੀ ਹੈ ਉੱਥੇ ਤੱਕ ਵੀ ਗੱਲ ਪਹੁੰਚ ਜਾਂਦੀ ਹੈ। ਕੁਝ ਜਿਹੜੇ ਕੈਂਡੀਡੇਟ ਹੈ ਉਹਨਾਂ ਦੇ ਉੱਤੇ ਜਿਵੇਂ ਇਲਜ਼ਾਮ ਲੱਗਦੇ ਨੇ, ਜਿਸ ਤਰ੍ਹਾਂ ਆਪਾਂ ਚਰਨਜੀਤ ਸਿੰਘ ਚੰਨੀ ਦੀ ਗੱਲ ਕਰੀਏ ਤਾਂ ਉਹ ਲੋਕ ਹੁਣ ਆਮ ਲੋਕ ਵੀ ਇਹ ਗੱਲ ਕਹਿਣ ਲੱਗ ਪਏ ਨੇ ਕਿ ਤੁਸੀਂ ਕਿਹੜੇ ਪਾਸਿਓਂ ਗਰੀਬ ਆ ਜਾਂ ਕਿਹੜੇ ਪਾਸਿਓਂ ਤੁਸੀਂ ਆਮ ਵਿਅਕਤੀ ਆਪਣੇ ਆਪ ਨੂੰ ਤੁਸੀਂ ਸਾਬਤ ਕਰਦੇ ਹੋ, ਕਿੱਥੋਂ ਜਦ ਕਿ ਤੁਹਾਡੇ ਰਿਸ਼ਤੇਦਾਰਾਂ ਦੇ ਘਰੋਂ ਕਰੋੜਾਂ ਰੁਪਈਆ ਮਿਲ ਰਿਹਾ ਹੈ ਤੇ ਤੁਸੀਂ ਵੀ ਤਾਂ ਲੁੱਟਣ ਦੀ ਗੱਲ ਹੀ ਕੀਤੀ ਹੈ। ਜੇ ਤੁਹਾਨੂੰ 111 ਦਿਨ ਮਿਲੇ ਤੇ 111 ਦਿਨਾਂ ਦੇ ਵਿੱਚ ਤੁਸੀਂ ਉਹ ਕੰਮ ਕਰ ਲਿਆ ਜਿਹੜਾ ਲੋਕੀ 4 ਸਾਲਾਂ ਵਿੱਚ ਨਹੀਂ ਕਰ ਸਕੇ। ਸਿਆਸੀ ਪਾਰਟੀਆਂ ਵਾਲੇ ਜਿਹੜੇ ਜੋ ਕੁਝ ਕਹਿੰਦੇ ਨੇ ਉਹ ਕਈ ਵਾਰ ਆਮ ਲੋਕ ਜਿਹੜੇ ਨੇ ਉਹਨਾਂ ਗੱਲਾਂ ਨੂੰ ਫੜ ਲੈਂਦੇ ਨੇ ਕਿ ਇਹ ਕਿਸ ਪਾਰਟੀ ਨੇ ਕਿਹਦੇ ਖਿਲਾਫ ਕੀ ਗੱਲ ਕਹੀ ਹੈ, ਤੇ ਲੋਕ ਆਪ ਜਿਹੜੇ ਨੇ ਉਹ ਵੀ ਮਤਲਬ ਪਹਿਲਾਂ ਦੀਆਂ ਚੋਣਾਂ ਦੇ ਵਿੱਚ ਕਦੇ ਇਸ ਤਰ੍ਹਾਂ ਦਾ ਜਿਹੜਾ ਦ੍ਰਿਸ਼ ਹੈ ਪੰਜਾਬ ਦੇ ਵਿੱਚ ਉਹ ਦੇਖਣ ਨੂੰ ਨਹੀਂ ਮਿਲਿਆ ਸੀਗਾ। ਬਹੁਤ ਘੱਟ ਪੱਧਰ ਦੇ ਉੱਤੇ ਕੋਈ ਸ਼ਾਇਦ ਕੋਈ ਸਵਾਲ ਪੁੱਛਦਾ ਸੀ, ਨਹੀਂ ਤਾਂ ਵੋਟ ਜਿਹਨੂੰ ਮਰਜ਼ੀ ਪਾਉਣ ਲੋਕ ਮੌਕੇ ਦੇ ਉੱਤੇ ਜਾ ਕੇ, ਪਰ ਚੋਣ ਕੰਪੇਨ ਦੌਰਾਨ, ਚੋਣ ਮੁਹਿੰਮ ਦੌਰਾਨ ਕਦੇ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਹੈ ਉਹ ਸਾਹਮਣੇ ਨਹੀਂ ਆਈ ਸੀ ਜਿਸ ਤਰ੍ਹਾਂ ਦੀ ਇਸ ਵਾਰੀ ਆ ਰਹੀ ਹੈ। ਔਰ ਇਸ ਵਾਰੀ ਇਸੇ ਗੱਲ ਤੋਂ ਲੱਗਦਾ ਹੈ ਕਿ ਜਿਹੜੇ ਨਤੀਜੇ ਆ ਨਾ ਉਹ ਪਹਿਲਾਂ ਦੇ ਮੁਕਾਬਲੇ ਇਸ ਵਾਰੀ ਬੜੇ ਅਜੀਬੋ-ਗਰੀਬ ਕਿਸਮ ਦੇ ਨਤੀਜੇ ਆ ਸਕਦੇ ਆ। ਦੂਜੀ ਗੱਲ ਇਹ ਹੈ ਕਿ 4-5 ਪਾਰਟੀਆਂ ਜਿਹੜੀਆਂ ਮੈਦਾਨ ਦੇ ਵਿੱਚ ਨੇ, ਵੋਟਾਂ ਦੀ ਵੰਡ ਬਹੁਤ ਜ਼ਿਆਦਾ ਉਹਦੇ ਵਿੱਚ ਹੋਣ ਦੀ ਵੀ ਸੰਭਾਵਨਾ ਬਣ ਗਈ ਹੈ। ਇਸ ਕਰਕੇ ਹਜੇ ਤੱਕ ਤਾਂ ਇਹ ਦ੍ਰਿਸ਼ ਵੀ ਕਲੀਅਰ ਨਹੀਂ, ਭਾਵੇਂ ਬਹੁਤ ਸਾਰੀਆਂ ਕਿਆਸਰਾਈਆਂ ਕੀਤੀਆਂ ਜਾ ਰਹੀਆਂ ਨੇ, ਭਵਿੱਖਬਾਣੀਆਂ ਵੀ ਕੀਤੀਆਂ ਜਾ ਰਹੀਆਂ ਨੇ, ਪਰ ਅਜੇ ਇਹ ਗੱਲ ਪੰਜਾਬ ਦੇ ਵਿੱਚ ਕਲੀਅਰ ਨਹੀਂ ਹੈ ਕਿ ਕਿਸੇ ਪਾਰਟੀ ਨੂੰ ਬਹੁਮਤ ਮਿਲੇਗਾ ਜਾਂ ਨਹੀਂ ਮਿਲੇਗਾ। ਸੰਧੂ ਸਾਹਿਬ, ਜਿਹੜੀ ਪ੍ਰਧਾਨ ਮੰਤਰੀ ਮੋਦੀ ਨੇ ਵਰਚੁਅਲ ਰੈਲੀ ਕੀਤੀ ਉਹਦੇ ਵਿੱਚ ਉਹਨਾਂ ਨੇ ਖਾਸੀ ਭੜਾਸ ਕੱਢੀ ਹੈ ਕਾਂਗਰਸ ਦੇ ਖਿਲਾਫ। ਆਪਾਂ ਜਿਵੇਂ ਗੱਲ ਕਰ ਰਹੇ ਸੀ ਹੁਣੇ ਵਾਸੂ ਜੀ ਕਿ ਪਾਰਟੀਆਂ ਦੇ ਕੋਲ ਇਹਦੇ ਤੋਂ ਇਲਾਵਾ ਜਿਹੜੇ ਦੂਜੇ ਏਜੰਡੇ ਆ ਨਾ ਉਹ ਬਹੁਤ ਘੱਟ ਹੈ। ਮਤਲਬ ਉਹ ਇਹ ਸਮਝਦੇ ਆ ਕਿ ਜੇ ਅਸੀਂ ਕਾਂਗਰਸ ਨੂੰ ਬੁਰਾ ਕਵਾਂਗੇ, ਨਿੰਦਾਂਗੇ ਤੇ ਲੋਕੀ ਇਹ ਗੱਲ ਮੰਨ ਲੈਣਗੇ ਕਿ ਸੱਚਮੁੱਚ ਕਾਂਗਰਸ ਬਹੁਤ ਮਾੜੀ ਹੈ ਤੇ ਇਸ ਕਰਕੇ ਉਹ ਸਾਨੂੰ ਵੋਟ ਪਾ ਦੇਣ। ਜੀ ਅਸੀਂ ਆਪਣੇ ਆਪ ਨੂੰ ਕਵਾਂਗੇ ਕਿ ਅਸੀਂ ਬਹੁਤ ਚੰਗੇ ਆ, ਜਾਂ ਅਸੀਂ ਆਪਣੇ ਕੰਮ ਦੱਸਾਂਗੇ ਕਿ ਅਸੀਂ ਆਹ ਕੰਮ ਕੀਤੇ ਨੇ ਪਿਛਲੇ 7 ਸਾਲਾਂ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਕੰਮ ਕਰਾਂਗੇ, ਉਹ ਗੱਲਾਂ ਜਿਹੜੀਆਂ ਨੇ ਉਹ ਘੱਟ ਹੁੰਦੀਆਂ ਨੇ। ਉਹ ਗੱਲਾਂ ਸਿਰਫ ਗੋਲ-ਮੋਲ ਕੀਤੀਆਂ ਜਾਂਦੀਆਂ ਨੇ। ਮਿਸਾਲ ਦੇ ਤੌਰ ਤੇ ਇਹ ਕਿਹਾ ਜਾਂਦਾ ਜੀ ਅਸੀਂ ਵਿਕਾਸ ਕਰਾਂਗੇ। ਹੁਣ ਇਹਦੀ ਕੀ ਡੈਫੀਨੇਸ਼ਨ ਹੈ ਕਿ ਅਸੀਂ ਵਿਕਾਸ ਕਰਾਂਗੇ? ਕੀ ਵਿਕਾਸ ਕਰਾਂਗੇ? ਅਸੀਂ ਕੋਈ ਸੜਕ ਬਣਾ ਦੇਾਂਗੇ, ਇੱਕ ਵਿਕਾਸ ਹੋ ਜਾਏਗਾ, ਇੱਕ ਬ੍ਰਿਜ ਬਣਾ ਦੇਾਂਗੇ, ਅਸੀਂ ਵਿਕਾਸ ਹੋ ਜਾਏਗਾ, ਕਿਤੇ ਕੋਈ ਰੇਲ ਪਟੜੀ ਵਿਛਾ ਦੇਾਂਗੇ, ਵਿਕਾਸ ਹੋ ਜਾਏਗਾ। ਵਿਕਾਸ ਦਾ ਮਤਲਬ ਇਹ ਨਹੀਂ ਹੈ। ਵਿਕਾਸ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਇੰਨੀ ਸੀਮਤ ਨਹੀਂ ਹੈ।
ਤੇ ਲੋਕਾਂ ਨੂੰ ਸਿਰਫ ਇਹ ਗੱਲ ਕਹਿ ਦਿੱਤੀ ਜਾਂਦੀ ਕਿ ਅਸੀਂ ਜੋ ਵਿਕਾਸ ਕਰਾਂਗੇ ਜੋ ਹੁਣ ਤੱਕ ਕਦੀ ਹੋਇਆ ਨਹੀਂ, ਜਾਂ ਇਹ ਕਹਿ ਦਿਆਂਗੇ ਸਭ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਕਿਵੇਂ ਮਿਲੇਗਾ ਸਭ ਲੋਕਾਂ ਨੂੰ ਰੁਜ਼ਗਾਰ? ਕਿੱਥੋਂ ਦੇਵਾਂਗੇ ਅਸੀਂ ਸਭ ਲੋਕਾਂ ਨੂੰ ਰੁਜ਼ਗਾਰ? ਸਾਰੇ ਲੋਕ ਜਿਹੜੇ ਉਹ ਖੁਸ਼ਹਾਲ ਹੋਣਗੇ, ਕਿਵੇਂ ਦੇਵਾਂਗੇ ਸਭ ਲੋਕਾਂ ਨੂੰ? ਹਾਂ, ਇਹ ਠੀਕ ਹੈ ਕਿ ਸਾਡੇ ਕੋਲ ਕੁਝ ਲੋਲੀਪੌਪ ਹੁੰਦੇ ਆ ਜਿਹੜੇ ਵੰਡੇ ਜਾਂਦੇ ਆ ਕਿ ਅਸੀਂ ਔਰਤਾਂ ਨੂੰ 1000 ਰੁਪਇਆ ਮਹੀਨਾ ਪੈਨਸ਼ਨ ਦੇਵਾਂਗੇ, ਬੁਢਾਪਾ ਪੈਨਸ਼ਨ ਜਿਹੜੀ ਆ ਉਹ ਅਸੀਂ ਵਧਾ ਦੇਵਾਂਗੇ, ਵਿਡੋ ਪੈਨਸ਼ਨ ਜਿਹੜੀ ਆ ਉਹ ਵਧਾ ਦੇਵਾਂਗੇ। ਇਸ ਤਰ੍ਹਾਂ ਦੀਆਂ ਚੀਜ਼ਾਂ ਸਾਡੇ ਕੋਲ ਹੁੰਦੀਆਂ ਨੇ ਤਾਂ ਕਿ ਅਸੀਂ ਉਹ ਕੁਝ ਲੋਕਾਂ ਨੂੰ ਅਗਲੇ ਨੂੰ ਪਤਾ ਲੱਗੇ ਹਾਂ ਜੀ ਹਾਂ ਮੈਨੂੰ ਤਾਂ 500 ਰੁਪਇਆ ਹੁਣ ਵੱਧ ਕੇ ਮਿਲਣਾ ਹੈ, ਭਲਾ ਉਹ ਖੁਸ਼ ਹੋ ਕੇ ਸ਼ਾਇਦ ਇਸ ਤਰ੍ਹਾਂ ਦੀ ਗੱਲ ਤੋਂ ਪ੍ਰਭਾਵਿਤ ਹੋ ਕੇ ਵੋਟ ਪਾ ਦੇਵੇ। ਪਰ ਜਿਹੜੇ ਸਮੂਹਕ ਵੋਟਰ ਹੈ, ਸਮੁੱਚੀ ਜਿਹੜੀ ਸੂਬੇ ਕਿਸੇ ਵੀ ਸੂਬੇ ਦੀ ਜਾਂ ਦੇਸ਼ ਦੀ ਜਿਹੜੀ ਜਨਤਾ ਹੈ, ਉਹ ਇਹਨਾਂ ਗੱਲਾਂ ਤੋਂ ਹੁਣ ਪਹਿਲਾਂ ਵਾਂਗ ਪ੍ਰਭਾਵਿਤ ਨਹੀਂ ਹੁੰਦੀ। ਜਿਸ ਤਰ੍ਹਾਂ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਦਿੱਲੀ ਤੋਂ ਹੀ ਪਹਿਲੀ ਵਰਚੁਅਲ ਰੈਲੀ ਜਿਹੜੀ ਹੈ ਫਤਿਹਗੜ੍ਹ ਸਾਹਿਬ ਦਾ ਜਿਹੜਾ ਜ਼ਿਲ੍ਹਾ ਹੈ, ਲੁਧਿਆਣਾ ਦਾ ਜਿਹੜਾ ਜ਼ਿਲ੍ਹਾ ਹੈ, ਉਹਨਾਂ ਦੇ ਜਿਹੜੇ ਅਸੈਂਬਲੀ ਹਲਕੇ ਆ ਉਹਨਾਂ ਦੇ ਵੋਟਰਾਂ ਨੂੰ ਸੰਬੋਧਨ ਕੀਤਾ। ਹੁਣ ਦੇਖੋ ਉਹਦੇ ਵਿੱਚ ਅੰਦਾਜ਼ ਕੀ ਹੈ। ਅੰਦਾਜ਼ ਇਹ ਆ ਪਹਿਲਾਂ ਪੰਜਾਬ, ਕਿਉਂਕਿ ਪੰਜਾਬ ਦੇ ਵੋਟਰਾਂ ਨੂੰ ਅਸੀਂ ਸੰਬੋਧਨ ਕਰਨਾ ਹੈ, ਉਹਦੇ ਵਿੱਚ ਅਸੀਂ ਪੰਜਾਬੀ ਅੰਦਾਜ਼ ਅਪਣਾ ਲਿਆ ਤੇ ਅਸੀਂ ਮਤਲਬ ਗੁਰੂ ਫਤਿਹ ਦੀ ਗੱਲ, ਪੰਜਾਬੀ ਭੈਣਾਂ ਤੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਦੀ ਗੱਲ, ਪਿਆਰ ਦੀ ਗੱਲ ਅਸੀਂ ਮਤਲਬ ਇਹ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਬਿਲਕੁਲ ਤੁਹਾਡੇ ਵਿੱਚੋਂ ਆ ਤੇ ਤੁਹਾਡੇ ਨਾਲ ਹੀ ਆ ਤੇ ਅਸੀਂ ਤੁਹਾਡੀਆਂ ਗੱਲਾਂ ਸਾਰੀਆਂ ਨੂੰ ਸਮਝਦੇ ਆ। ਦੂਜੀ ਗੱਲ ਫਿਰ ਉਹਨਾਂ ਨੂੰ ਇਹ ਦੱਸੀ ਕਿ ਦੇਖੋ ਜਿਹੜਾ ਕਿਉਂਕਿ ਪੰਜਾਬ ਦੇ ਵਿੱਚ ਸਿੱਖ ਭਾਈਚਾਰਾ ਜਿਹੜਾ ਇਹਦਾ ਆਪਾਂ ਕਹਿ ਸਕਦੇ ਹਾਂ ਕਿ ਬਹੁਮਤ ਹੈ ਜਾਂ ਵੱਡੀ ਗਿਣਤੀ ਹੈ ਸਿੱਖ ਭਾਈਚਾਰੇ ਦੀ, ਔਰ ਸਿੱਖ ਭਾਈਚਾਰਾ ਖਾਸ ਕਰਕੇ ਤੇ ਕਿਸਾਨ ਵਰਗ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਨਾਲ ਨਾਰਾਜ਼ ਰਹੇ ਨੇ। ਆਪਾਂ ਨੂੰ ਇਹ ਵੀ ਪਤਾ ਹੈ ਕਿ 1 ਸਾਲ ਹੋ ਗਿਆ ਜਦੋਂ ਅੰਦੋਲਨ ਚੱਲਦਾ ਰਿਹਾ ਤੇ ਉਹ ਇਸ ਗੱਲ ਤੋਂ ਨਾਰਾਜ਼ ਸੀ ਕਿ ਸਾਰਾ ਕੁਝ ਸਾਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਰਕੇ ਸਹਿਣ ਕਰਨਾ ਪਿਆ। ਤੇ ਉਹਨਾਂ ਦੇ ਜ਼ਖਮਾਂ ਉੱਤੇ ਮਲਮ ਲਾਉਣ ਦਾ ਇਹ ਢੰਗ ਤਰੀਕਾ ਕਿ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਕਾਂਗਰਸ ਨੇ ਕਤਲੇਆਮ ਕਰਵਾਇਆ ਸੀਗਾ ਸਿੱਖਾਂ ਦਾ ਤੇ ਅਸੀਂ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਵਾਈ ਹੈ। ਮਤਲਬ ਇਹ ਅਸੀਂ ਇਹਦੇ ਨਾਲ ਇੱਕ ਤੀਰ ਨਾਲ ਦੋ ਨਿਸ਼ਾਨੇ ਲਾ ਰਹੇ। ਇੱਕ ਪਾਸੇ ਅਸੀਂ ਉਹਨਾਂ ਨੂੰ ਲੋਕਾਂ ਨੂੰ ਕਾਂਗਰਸ ਦੇ ਵਿਰੁੱਧ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਦੂਜੇ ਪਾਸੇ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਮਤਲਬ ਇਹ ਪ੍ਰਚਾਰ ਦਾ ਢੰਗ ਤਰੀਕਾ ਜਿਹੜਾ ਮਤਲਬ ਚੱਲ ਰਿਹਾ ਨਾ ਬਹੁਤ ਸਾਰੇ ਉਮੀਦਵਾਰਾਂ ਦਾ, ਉਹ ਇਹੀ ਹੈ। ਫਿਰ ਉਹਨਾਂ ਨੂੰ ਇਹ ਯਾਦ ਕਰਾਉਣਾ ਕਿ ਕਾਂਗਰਸ ਜਿਹੜੀ ਸੀ, ਦੇਖੋ ਜਦੋਂ ਦੇਸ਼ ਦੀ ਵੰਡ ਹੋਈ ਉਸ ਵੇਲੇ ਇਹ ਜਿਹੜੇ ਆਗੂ ਆ ਕਾਂਗਰਸ ਨਾਲ ਸੰਬੰਧਿਤ ਹੈ ਇਹੀ ਜ਼ਿਆਦਾ ਐਕਟਿਵ ਸੀਗੇ ਔਰ ਇਹਨਾਂ ਦੇ ਸਾਹਮਣੇ ਜਾਂ ਇਹਨਾਂ ਦੇ ਨਾਲ ਸਮਝੌਤੇ ਦੇ ਅਧੀਨ ਹੀ ਦੇਸ਼ ਦੀ ਵੰਡ ਹੋਈ ਕਿ ਕਿਹੜੇ ਇਲਾਕੇ ਕਿੱਧਰ ਜਾਣੇ ਨੇ, ਕਿਹੜੇ ਕਿੱਧਰ ਜਾਣੇ ਨੇ। ਤੇ ਕਾਂਗਰਸ ਦੇ ਆਗੂ ਜਿਹੜੇ ਸੀ ਉਹ ਤਾਂ ਕਰਤਾਰਪੁਰ ਨੂੰ ਵੀ ਆਪਣੇ ਦੇਸ਼ ਵਿੱਚ ਨਹੀਂ ਰੱਖ ਸਕੇ, ਜਿਹੜਾ ਕਿ ਸਿੱਖਾਂ ਦਾ ਐਡਾ ਵੱਡਾ ਧਰਮ ਸਥਾਨ ਸੀਗਾ, ਪੂਜਾ ਸਥਾਨ ਸੀਗਾ, ਉਹਨੂੰ ਆਪਣੇ ਵਿੱਚ ਨਹੀਂ ਰੱਖ ਸਕੇ। ਤੇ ਅਸੀਂ ਦੇਖੋ ਉਹਦੇ ਵਾਸਤੇ ਬੜੇ ਇਮਾਨਦਾਰੀ ਨਾਲ ਯਤਨ ਕੀਤੇ ਨੇ, ਬੜੀਆਂ ਐਫਰਟਸ ਕੀਤੀਆਂ ਨੇ, ਕੋਸ਼ਿਸ਼ ਕੀਤੀਆਂ ਨੇ ਤੇ ਅਸੀਂ ਕਰਤਾਰਪੁਰ ਸਾਹਿਬ ਵਾਸਤੇ ਲਾਂਘਾ ਖੋਲ੍ਹ ਦਿੱਤਾ। ਹੁਣ ਦੱਸੋ ਇਹਦੇ ਨਾਲ ਕਿਸੇ ਸੂਬੇ ਨੂੰ ਕੀ ਮਿਲ ਜਾਏਗਾ ਜੇ ਅਸੀਂ ਲਾਂਘਾ ਖੋਲ੍ਹ ਦਿੱਤਾ ਹੈ ਜਾਂ ਅਸੀਂ ਇਹ ਕਰ ਦਿੱਤਾ। ਜਿਹੜੀ ਲੋਕਾਂ ਦੀ ਭਲਾਈ ਦੀ ਗੱਲ ਹੈ, ਖੁਸ਼ਹਾਲੀ ਦੀ ਗੱਲ ਹੈ, ਇਹ ਉਹਦੇ ਤੋਂ ਸਾਰੀਆਂ ਗੱਲਾਂ ਜਿਹੜੀਆਂ ਨਾ ਬਾਰ-ਬਾਰ ਦੀਆਂ ਕੀਤੀਆਂ ਜਾਂਦੀਆਂ। ਜਿਵੇਂ ਉਹਨਾਂ ਨੇ ਕਿਹਾ ਕਿ ਗੁਰੂਆਂ ਦੀ ਧਰਤੀ ਨੂੰ ਕਾਂਗਰਸ ਦੇ ਰਾਜ ਵਿੱਚ ਦਹਿਸ਼ਤ ਵਿੱਚ ਸੁੱਟ ਦਿੱਤਾ ਗਿਆ, ਇੱਥੇ ਕਤਲੇਆਮ ਹੋਇਆ ਔਰ ਅਸੀਂ ਉਹਨਾਂ ਲੋਕਾਂ ਨੂੰ ਫੜ ਕੇ ਸਾਹਮਣੇ ਲਿਆਂਦਾ, ਉਹਨਾਂ ਨੂੰ ਲੱਭਿਆ ਕਿ ਇਹਦੇ ਲਈ ਗੁਨਾਹਗਾਰ ਕੌਣ ਨੇ, ਉਹਨਾਂ ਨੂੰ ਸਜ਼ਾਵਾਂ ਦੇਣ ਦੀ ਕੋਸ਼ਿਸ਼ ਕੀਤੀ। ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਉਹਨਾਂ ਨੇ ਪ੍ਰਭਾਵਿਤ ਕਰਨ ਦੀ ਕੱਲ ਕੋਸ਼ਿਸ਼ ਕੀਤੀ ਹੈ। ਖਾਸ ਕਰਕੇ ਫਿਰ ਕਿਸਾਨਾਂ ਨੂੰ ਇਹ ਕਿਹਾ ਕਿ ਤੁਹਾਡੀ ਆਮਦਨ ਵਧਾਈ ਜਾਏਗੀ। ਇਹ ਗੱਲ ਉਹ ਪਿਛਲੇ 7 ਸਾਲ ਤੋਂ ਕਹਿੰਦੇ ਆ ਰਹੇ ਨੇ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਹਿੰਦੀ ਆ ਰਹੀ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ੇਸ਼ ਕਰਕੇ ਕਹਿੰਦੇ ਆ ਰਹੇ ਔਰ ਉਹਨਾਂ ਨੇ ਕਿਹਾ ਸੀ ਕਿ 2022 ਤੱਕ ਹਰੇਕ ਕਿਸਾਨ ਦੀ ਆਮਦਨ ਜਿਹੜੀ ਆ ਉਹ ਦੁੱਗਣੀ ਹੋ ਜਾਏਗੀ। ਕੀ ਅੱਜ ਦੁੱਗਣੀ ਹੋ ਗਈ ਹੈ? ਤੇ ਉਹਨਾਂ ਨੇ ਇਹ ਕਿਹਾ ਕਿ ਨਹੀਂ ਜੀ ਨਹੀਂ। ਇਹਦਾ ਜਵਾਬ ਉਹਨਾਂ ਨੇ ਇਸ ਗੱਲ ਨੂੰ ਇਸ ਢੰਗ ਨਾਲ ਪ੍ਰੈਜ਼ੈਂਟ ਕੀਤਾ ਕਿ ਕਾਂਗਰਸ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਕੈਂਸਰ ਦਿੱਤਾ, ਜਦ ਕਿ ਇਹਦੇ ਮੁਕਾਬਲੇ ਵਿੱਚ ਉਹਨਾਂ ਨੂੰ ਫੂਡ ਪ੍ਰੋਸੈਸਿੰਗ ਦੇ ਯੂਨਿਟ ਦੇਣੇ ਚਾਹੀਦੇ ਸੀ, ਕੋਲਡ ਸਟੋਰੇਜ ਬਣਾਉਣੇ ਚਾਹੀਦੇ ਸੀ, ਫੂਡ ਪਾਰਕ ਬਣਾਉਣੇ ਚਾਹੀਦੇ ਸੀ। ਉਹ ਕਾਂਗਰਸ ਦੀ ਸਰਕਾਰ ਨਹੀਂ ਬਣਾ ਸਕੀ। ਉਹ ਹੁਣ ਸਾਡੀ ਸਰਕਾਰ ਆਊਗੀ ਤਾਂ ਸਾਡੀ ਸਰਕਾਰ ਬਣਾਊਗੀ ਔਰ ਉਹਨਾਂ ਦੇ ਜਿਹੜੀਆਂ ਫਸਲਾਂ ਨੇ ਉਹਨਾਂ ਦੀ ਵਿਕਰੀ ਵਾਸਤੇ ਜ਼ਿਆਦਾ ਉਹਨਾਂ ਨੂੰ ਸਹੂਲਤਾਂ ਦੇਵੇਗੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਮਤਲਬ ਜਦੋਂ ਸਾਡੀ ਸਰਕਾਰ ਆਵੇ, ਔਰ ਇੱਕ ਇਸ ਗੱਲ ਨੂੰ ਉਹ ਵਾਰ-ਵਾਰ ਇਹਦੇ ਨਾਲ ਜੋੜਦੇ ਰਹੇ ਕੱਲ ਆਪਣੇ ਭਾਸ਼ਣ ਦੇ ਵਿੱਚ ਕਿ ਡਬਲ ਇੰਜਨ ਵਾਲੀ ਸਰਕਾਰ। ਡਬਲ ਇੰਜਨ ਵਾਲੀ ਮਤਲਬ ਕੇਂਦਰ ਦੇ ਵਿੱਚ ਵੀ ਸਾਡੀ ਪਾਰਟੀ ਦੀ ਸਰਕਾਰ ਹੋਵੇ ਤੇ ਪੰਜਾਬ ਵਿੱਚ ਵੀ ਸਾਡੀ ਪਾਰਟੀ ਸਰਕਾਰ ਹੋਵੇ।
ਇਹ ਡਬਲ ਇੰਜਨ ਵਾਲੀ ਸਰਕਾਰ ਜਿਹੜੀ ਹੈ ਇਹੀ ਕੰਮ ਕਰ ਸਕਦੀ ਹੈ, ਇਹੀ ਫਾਇਦਾ ਕਰ ਸਕਦੀ ਹੈ, ਇਹੀ ਸਹੂਲਤਾਂ ਦੇ ਸਕਦੀ ਹੈ। ਜਿਹੜੀ ਸਿੰਗਲ ਇੰਜਨ ਵਾਲੀ ਸਰਕਾਰ ਆ ਉਹ ਸਹੂਲਤਾਂ ਨਹੀਂ ਦੇ ਸਕਦੀ। ਬੜੀ ਸਪਸ਼ਟ ਗੱਲ ਕੀਤੀ ਉਹਨਾਂ ਨੇ ਤੇ ਬੜੀ ਚੰਗੀ ਗੱਲ ਤੇ ਸਿੱਧੀ ਗੱਲ ਕੀਤੀ ਹੈ ਕਿ ਜੇ ਇੱਥੇ ਕਾਂਗਰਸ ਦੀ ਸਰਕਾਰ ਹੋਵੇਗੀ, ਮੰਨ ਲਓ ਪੰਜਾਬ ਦੇ ਵਿੱਚ, ਜਾਂ ਕਿਸੇ ਵੀ ਹੋਰ ਵਿਰੋਧੀ ਪਾਰਟੀ ਦੀ ਹੋਏਗੀ, ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੋਏਗੀ, ਅਸੀਂ ਉਸ ਸਰਕਾਰ ਨੂੰ ਉਹ ਚੀਜ਼ਾਂ ਦੇਵਾਂਗੇ ਹੀ ਨਹੀਂ ਜੋ ਉਹਨਾਂ ਦੇ ਉੱਤੇ ਸੂਬੇ ਦਾ ਭਾਵੇਂ ਹੱਕ ਵੀ ਬਣਦਾ ਹੋਵੇ, ਅਸੀਂ ਨਹੀਂ ਦੇਵਾਂਗੇ। ਜੇ ਦੋਵੇਂ ਥਾਈਂ ਸਾਡੀ ਸਰਕਾਰ ਹੈ, ਸਾਡੀ ਬੱਲੇ ਬੱਲੇ ਹੋਣੀ ਹੈ, ਫਿਰ ਅਸੀਂ ਉਹ ਸਾਰੀਆਂ ਸਹੂਲਤਾਂ ਕਿਸਾਨਾਂ ਨੂੰ ਵੀ ਦੇਵਾਂਗੇ, ਬਾਕੀ ਦੇ ਵਰਗਾਂ ਨੂੰ ਵੀ ਦੇਵਾਂਗੇ। ਹੁਣ ਜੇ ਆਪਾਂ ਦੇਖੀਏ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਜਿਹੜੀ ਖੇਤੀ ਹੈ ਉਹਦੇ ਉੱਤੇ ਖਰਚ ਅਸੀਂ ਘਟਾਵਾਂਗੇ ਤੇ ਆਮਦਨ ਵਧਾਵਾਂਗੇ। ਖਰਚ ਕਿਵੇਂ ਘਟਣਾ ਹੈ? ਜਿੰਨੀ ਖਾਦਾਂ ਸਾਰੀਆਂ ਕੇਂਦਰੀ ਏਜੰਸੀਆਂ ਦੇ ਥਰੂ ਆਉਂਦੀਆਂ, ਪੈਟਰੋਲ ਡੀਜ਼ਲ ਜਿਹੜਾ ਆਉਂਦਾ ਕੇਂਦਰੀ ਏਜੰਸੀਆਂ ਦੇ ਥਰੂ ਆਉਂਦਾ, ਜਿਹੜੀਆਂ ਕੀੜੇ ਮਾਰ ਦਵਾਈਆਂ ਮੈਕਸੀਮਮ ਜਿਹੜੀਆਂ ਉਹ ਕੇਂਦਰੀ ਏਜੰਸੀਆਂ ਦੇ ਥਰੂ ਆਉਂਦੀਆਂ ਤੇ ਉਹਨਾਂ ਦੀਆਂ ਕੀਮਤਾਂ ਵੀ ਉੱਥੋਂ ਤੈਅ ਕੀਤੀਆਂ ਜਾਂਦੀਆਂ ਨੇ। ਫਿਰ ਖਰਚ ਕਿਵੇਂ ਘਟੇਗਾ? ਅੱਜ ਵੀ ਤਾਂ ਖਰਚ ਘਟਾਇਆ ਜਾ ਸਕਦਾ ਹੈ ਜੀ। ਅੱਛਾ, ਜਿਹੜੀ MSP ਹੈ ਉਹ ਸੈਂਟਰ ਨੇ ਲਾਗੂ ਕਰਨੀ ਹੈ। ਫਸਲਾਂ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਕੇਂਦਰ ਨੇ ਵਧਾਉਣੀਆਂ, ਉਹ ਅੱਜ ਵੀ ਵਧਾਈਆਂ ਜਾ ਸਕਦੀਆਂ। ਫਿਰ ਉਹ ਗੱਲ ਠੀਕ ਕਹਿੰਦੇ ਨੇ ਕਿ ਜੇ ਡਬਲ ਇੰਜਨ ਸਰਕਾਰ ਹੋਏਗੀ ਤੇ ਇਹ ਸਹੂਲਤਾਂ ਫੇਰ ਮਿਲਣਗੀਆਂ ਕਿਸਾਨਾਂ ਨੂੰ, ਉਹਨਾਂ ਚ ਨਹੀਂ ਮਿਲਦੀਆਂ। ਇੱਕ ਗੱਲ ਉਹਨਾਂ ਨੇ ਜਿਹੜੀ ਹੈ ਉਦਯੋਗਿਕ ਸੈਕਟਰ ਵਾਸਤੇ ਵੀ ਕੀਤੀ ਹੈ ਕਿ ਉਦਯੋਗਿਕ ਸੈਕਟਰ ਨੂੰ ਅਸੀਂ ਬਹੁਤ ਉੱਚਾ ਲੈ ਜਾਵਾਂਗੇ। ਖਾਸ ਕਰਕੇ ਲੁਧਿਆਣੇ ਵਾਸਤੇ ਉਹਨਾਂ ਨੇ ਗੱਲ ਕੀਤੀ, ਕਿਉਂਕਿ ਲੁਧਿਆਣਾ ਦੀ ਇੰਡਸਟਰੀ ਤੇ ਉੱਜੜ ਗਈ ਹੈ ਸਾਰੀ ਪਿਛਲੇ ਸਮੇਂ ਦੇ ਵਿੱਚ। ਔਰ ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਇੱਥੋਂ ਦਾ ਟੈਕਸਟਾਈਲ ਸੈਕਟਰ ਹੈ ਉਹਨੂੰ ਫੇਰ ਅਸੀਂ ਸ਼ਾਨਦਾਰ ਢੰਗ ਦੇ ਨਾਲ ਉਹਦਾ ਵਿਕਾਸ ਕਰਾਂਗੇ, ਉਹਨੂੰ ਉੱਚਾ ਲੈ ਕੇ ਜਾਵਾਂਗੇ। ਮਤਲਬ ਇਹ ਸਾਰੀਆਂ ਗੱਲਾਂ ਕਰਕੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਵਾਸਤੇ ਵੋਟਾਂ ਮੰਗਣ ਦੀ ਕੋਸ਼ਿਸ਼ ਕੀਤੀ ਜੀ। ਸੰਧੂ ਸਾਹਿਬ, ਕੱਲ ਲੋਕ ਇਨਸਾਫ ਪਾਰਟੀ ਦੇ MLA ਸਿਮਰਜੀਤ ਬੈਂਸ ਨੂੰ ਗ੍ਰਿਫਤਾਰ ਕੀਤਾ ਗਿਆ, ਫਿਰ ਇਲੈਕਸ਼ਨ ਕਮਿਸ਼ਨ ਨੇ ਦਖਲ ਦਿੱਤਾ ਤੇ ਫਿਰ ਉਹਨਾਂ ਨੂੰ ਰਿਹਾ ਕੀਤਾ ਗਿਆ। ਮਾਮਲਾ ਕੀ ਹੈ ਜੀ? ਮਾਮਲਾ ਤਾਂ ਵਿਰੋਧ ਦਾ ਹੀ ਹੁੰਦਾ ਹੈ, ਭਾਵੇਂ ਗੱਲ ਕੋਈ ਹੋਵੇ, ਕਾਰਨ ਕੋਈ ਹੋਵੇ। ਜਿਹੜੀਆਂ ਦੋ ਪਾਰਟੀਆਂ, ਕਿਉਂਕਿ ਕਾਂਗਰਸ ਦੇ ਕੈਂਡੀਡੇਟ ਦੇ ਨਾਲ ਉਹਨਾਂ ਦਾ ਝਗੜਾ ਹੋਇਆ ਸੀਗਾ, ਜਿਹੜੇ ਉੱਥੋਂ ਕਾਂਗਰਸ ਦੇ ਉਮੀਦਵਾਰ ਨੇ, ਔਰ ਉਹ ਝਗੜਾ ਜਿਹੜਾ ਸੀ ਉਹ ਇੱਥੋਂ ਤੱਕ ਵੱਧ ਗਿਆ ਕਿ ਉਹ ਗੱਲ ਹੱਥੋਂ ਪਾਈ ਤੱਕ ਵੀ ਆ ਗਈ। ਉਹਦੇ 'ਚ ਇੱਟਾਂ ਵੱਟੇ ਵੀ ਚੱਲੇ ਔਰ ਇਹ ਵੀ ਪਤਾ ਲੱਗਿਆ ਕਿ ਉੱਥੇ ਫਾਇਰਿੰਗ ਵੀ ਹੋਈ, ਜਿਹਦੇ ਵਿੱਚ ਪੁਲਿਸ ਨੇ ਪਰਚਾ ਦਰਜ ਕੀਤਾ। ਕਾਂਗਰਸ ਦਾ ਕੈਂਡੀਡੇਟ ਸੀ, ਕਾਂਗਰਸ ਦੀ ਸਰਕਾਰ ਹੈ, ਪਰਚਾ ਉਂਝ ਵੀ ਵੈਸੇ ਦਰਜ ਹੋਣਾ ਚਾਹੀਦਾ ਹੈ, ਪਰ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਜਲਦੀ ਹੋ ਜਾਂਦਾ ਤੇ ਐਕਸ਼ਨ ਵੀ ਤੁਰੰਤ ਹੋ ਜਾਂਦਾ ਹੈ ਕਿ ਇਸ ਤਰ੍ਹਾਂ ਦੀ ਗੱਲ ਹੋਈ ਹੈ। ਇਸ ਕਰਕੇ ਉਹ ਜਦੋਂ ਅਦਾਲਤ ਦੇ ਵਿੱਚ ਵਕੀਲਾਂ ਦੇ ਕਿਸੇ ਪ੍ਰੋਗਰਾਮ ਦੇ ਵਿੱਚ ਗਏ ਸੀਗੇ ਤੇ ਉੱਥੋਂ ਜਦੋਂ ਬਾਹਰ ਨਿਕਲਣ ਲੱਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਦੇ ਨਾਲ ਹੋਰ ਵੀ 33-34 ਬੰਦੇ ਜਿਹੜੇ ਨੇ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਸੀ। ਜਦੋਂ ਕੋਈ ਕੰਪੇਨ ਦੇ ਉੱਤੇ ਨਿਕਲਦਾ ਕੋਈ ਕੈਂਡੀਡੇਟ ਤੇ ਇੰਨੇ ਕੁ ਬੰਦੇ ਉਹਦੇ ਨਾਲ ਹੋਣਾ ਵੀ ਲਾਜ਼ਮੀ ਹੁੰਦਾ। ਉਹ ਸਾਰਿਆਂ ਦੇ ਖਿਲਾਫ ਹੀ ਸ਼ਿਕਾਇਤ ਦਰਜ ਕਰਾਈ ਗਈ। ਪੁਲਿਸ ਉਹਨਾਂ ਨੂੰ ਵੀ ਅਜੇ ਵੀ ਕੁਝ ਨੂੰ ਲੱਭਦੀ ਫਿਰ ਰਹੀ ਹੈ, ਕੁਝ ਨੂੰ ਫੜਿਆ ਗਿਆ, ਪਰ ਸਿਮਰਨਜੀਤ ਬੈਂਸ ਨੂੰ ਛੱਡ ਦਿੱਤਾ ਗਿਆ। ਸਿਮਰਨਜੀਤ ਬੈਂਸ ਵਾਸਤੇ ਥੋੜੀ ਜਿਹੀ ਸਥਿਤੀ ਮੁਸ਼ਕਲ ਹੋ ਸਕਦੀ ਸੀ ਜੇ ਉਹਦੇ ਵਿੱਚ ਚੋਣ ਕਮਿਸ਼ਨ ਦਖਲ ਨਾ ਦਿੰਦਾ ਔਰ ਉਹਨਾਂ ਦੀ ਰਿਹਾਈ ਨਾ ਹੁੰਦੀ ਤਾਂ, ਕਿਉਂਕਿ ਆਲਰੇਡੀ ਉਹਨਾਂ ਦੇ ਖਿਲਾਫ ਇੱਕ ਮਾਮਲਾ ਜਿਹੜਾ ਪਹਿਲਾਂ ਹੀ ਦਰਜ ਹੈ, ਕੋਈ ਰੇਪ ਦਾ ਕੇਸ ਉਹਨਾਂ ਦੇ ਖਿਲਾਫ ਦਰਜ ਹੋਇਆ। ਉਹਦੇ ਖਿਲਾਫ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਛੋਟ ਮਿਲੀ ਸੀ ਕਿ ਉਹਨਾਂ ਦੀ ਗ੍ਰਿਫਤਾਰੀ ਦੇ ਉੱਤੇ ਕੁਝ ਸਮੇਂ ਦੀ ਰੋਕ ਲਾਈ ਗਈ ਹੈ। ਉਹ ਮਾਮਲਾ ਅਜੇ ਪੈਂਡਿੰਗ ਹੈ। ਦੂਜਾ ਮਾਮਲਾ ਇਹ ਜਿਹੜਾ ਇਹਦੇ ਵਿੱਚ ਇਰਾਦਾ ਕਤਲ ਦੀ ਧਾਰਾ ਜਿਹੜੀ ਹੈ ਉਹ ਜੋੜ ਕੇ ਪਰਚਾ ਦਰਜ ਕੀਤਾ ਗਿਆ। ਜੇ ਇਹ ਦੋਵੇਂ ਗੱਲਾਂ ਸਾਹਮਣੇ ਆਉਂਦੀਆਂ ਤਾਂ ਉਹਨਾਂ ਦੀ ਸਥਿਤੀ ਜਿਹੜੀ ਹੈ ਉਹ ਕਾਫੀ ਮੁਸ਼ਕਲ ਬਣ ਸਕਦੀ ਸੀ, ਪਰ ਹਾਲ ਦੀ ਘੜੀ ਇੱਕ ਵਾਰੀ ਤਾਂ ਰੁਕਿਆ ਔਰ ਸ਼ਾਇਦ ਜਿਹੜਾ ਚੋਣ ਮੁਹਿੰਮ ਹੈ, ਚੋਣ ਕੰਪੇਨ ਹੈ, ਇਸ ਦੌਰਾਨ ਤੱਕ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਏਗਾ, ਨਾ ਇਸ ਕੇਸ ਵਿੱਚ ਤੇ ਨਾ ਹੀ ਦੂਜੇ ਕੇਸ ਵਿੱਚ, ਤਾਂ ਕਿ ਉਹ ਆਪਣੀ ਚੋਣ ਲੜ ਸਕਣ। ਇਹਦੇ ਬਾਰੇ ਕੋਈ ਜਿਹੜਾ ਫੈਸਲਾ ਉਹਦੇ ਤੋਂ ਬਾਅਦ ਵਿੱਚ ਹੋਵੇਗਾ। ਇਹਦੇ ਵਿੱਚ ਹਕੀਕਤ ਜਿਹੜੀ ਕੀ ਹੈ, ਕਿਉਂਕਿ ਪਹਿਲੇ ਕੇਸ ਵਿੱਚ ਵੀ ਹਕੀਕਤ ਜਿਹੜੀ ਹੈ ਉਹ ਸਾਹਮਣੇ ਨਹੀਂ ਆਈ ਤੇ ਦੂਜੇ ਕੇਸ ਵਿੱਚ ਵੀ ਹਕੀਕਤ ਨਹੀਂ ਸਾਹਮਣੇ ਆਈ, ਕਿਉਂਕਿ ਜਿਹੜੇ ਸਿਮਰਜੀਤ ਬੈਂਸ ਦੇ ਬੰਦੇ ਨੇ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਕਰਵਲ ਹੈ, ਕਾਂਗਰਸੀ ਉਮੀਦਵਾਰ ਹੈ, ਉਹਨਾਂ ਵੱਲੋਂ ਵਧੀਕੀ ਕੀਤੀ ਗਈ ਹੈ, ਸਾਡੇ ਉੱਤੇ ਉਹਨਾਂ ਵੱਲੋਂ ਪਹਿਲਾ ਹਮਲਾ ਕੀਤਾ ਗਿਆ ਹੈ ਤੇ ਉਹਦੇ ਤੋਂ ਬਾਅਦ ਦੇ ਵਿੱਚ ਜਦੋਂ ਕੁੱਟਮਾਰ ਹੋਈ ਉਹਨਾਂ ਨੇ ਉਲਟਾ ਸਾਡੇ ਉੱਤੇ, ਕਿਉਂਕਿ ਉਹਨਾਂ ਦੀ ਸਰਕਾਰ ਸੀ, ਉਹਨਾਂ ਨੇ ਪਰਚਾ ਵੀ ਦਰਜ ਕਰਵਾ ਦਿੱਤਾ ਜੀ। ਦੂਜੇ ਪਾਸੇ ਜਿਹੜੇ ਕਾਂਗਰਸ ਵਾਲੇ ਨੇ ਉਹ ਇਹ ਕਹਿੰਦੇ ਨੇ ਕਿ ਸਿਮਰਜੀਤ ਸਿੰਘ ਬੈਂਸ ਤੇ ਉਹਨਾਂ ਦਾ ਬੇਟਾ ਜਿਹੜਾ ਅਜੇਪ੍ਰੀਤ ਸਿੰਘ ਬੈਂਸ ਹੈ ਤੇ ਨਾਲ ਇਹਨਾਂ ਦੇ 30-35 ਲੋਕ ਹੋਰ ਸੀਗੇ ਜਿਨ੍ਹਾਂ ਨੇ ਆ ਕੇ ਸਾਡੇ ਨਾਲ ਝਗੜਾ ਕੀਤਾ ਔਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਜਾਨੋਂ ਮਾਰਨ ਦੀ ਨੀਅਤ ਨਾਲ ਹੀ ਫਾਇਰਿੰਗ ਕੀਤੀ ਗਈ, ਫਾਇਰ ਵੀ ਉੱਥੇ ਹੋਏ। ਮਤਲਬ ਇਹ ਸਾਰੀ ਸਥਿਤੀ ਜਿਹੜਾ ਸਿਨੈਰੀਓ ਹੈ, ਅਸੀਂ ਇੱਕ ਚੀਜ਼ ਇਹਦੇ ਤੋਂ ਇਹ ਸਮਝ ਸਕਦੇ ਹਾਂ ਕਿ ਇਹ ਉਹ ਲੋਕ ਹੈ ਜਿਨ੍ਹਾਂ ਨੇ ਕੱਲ ਨੂੰ ਮੰਨ ਲਓ ਕੋਈ ਵੀ ਇਹਨਾਂ ਚੋਂ ਜਿੱਤ ਜਾਂਦਾ
ਚਾਹੇ ਕਰਵਲ ਜਿੱਤ ਜਾਂਦਾ ਤੇ ਚਾਹੇ ਸਿਮਰਜੀਤ ਬੈਂਸ ਜਿੱਤ ਜਾਂਦਾ, ਉਹਨਾਂ ਨੇ ਲੋਕਾਂ ਦੀ ਪ੍ਰਤੀਨਿਧਤਾ ਕਰਨੀ ਹੁੰਦੀ ਹੈ, ਲੋਕਾਂ ਨੂੰ ਇਨਸਾਫ ਦੇਣਾ ਹੁੰਦਾ ਹੈ, ਨਿਆਂ ਦੇਣਾ ਹੁੰਦਾ ਹੈ, ਸ਼ਾਂਤੀ ਸਥਾਪਿਤ ਕਰਨੀ ਹੁੰਦੀ ਹੈ। ਪਰ ਇਹਨਾਂ ਲੋਕਾਂ ਦੇ ਆਪਣੇ ਜਿਹੜੇ ਕਿਰਦਾਰ ਨੇ, ਕਰੈਕਟਰ ਨੇ, ਔਰ ਆਪਣਾ ਜਿਹੜਾ ਇਹਨਾਂ ਦਾ ਕਾਰ ਵਿਹਾਰ ਹੈ, ਉਹ ਇਸ ਢੰਗ ਦਾ ਹੋਣ ਦੇ ਨਾਲ ਉਹਦੇ ਤੋਂ ਲੋਕ ਕੀ ਸਬਕ ਲੈਣਗੇ। ਇੱਕ ਇਹ ਗੱਲ ਜ਼ਰੂਰ ਇਹਦੇ ਨਾਲ ਵਾਸੂ ਜੀ ਸਾਹਮਣੇ ਆਈ ਹੈ, ਮਾਮਲੇ ਦੀ ਹਕੀਕਤ ਜਿਹੜੀ ਹੈ ਉਹ ਕਦੋਂ ਉਧੜਦੀ ਹੈ, ਕਦੋਂ ਸਾਹਮਣੇ ਆਉਂਦੀ ਹੈ, ਪਹਿਲੇ ਕੇਸ ਵਿੱਚ, ਦੂਜੇ ਕੇਸ ਵਿੱਚ। ਕਿਉਂਕਿ ਸਿਮਰਜੀਤ ਸਿੰਘ ਬੈਂਸ ਇਹ ਕਹਿ ਰਿਹਾ ਕਿ ਮੈਂ ਸੱਚਾ, ਮੇਰਾ ਦੋਨਾਂ ਮਾਮਲਿਆਂ ਵਿੱਚ ਕੋਈ ਕਸੂਰ ਨਹੀਂ। ਦੂਜੇ ਪਾਸੇ ਜਿਹੜੀਆਂ ਪਾਰਟੀਆਂ ਜਿਨ੍ਹਾਂ ਨੇ ਦੋਸ਼ ਲਾਇਆ ਉਹ ਇਹ ਕਹਿ ਰਹੀਆਂ ਨੇ ਕਿ ਸਾਰਾ ਦੋਸ਼ ਹੀ ਇਹਨਾਂ ਦੇ ਵਿੱਚ ਹੈ। ਤਾਂ ਆਮ ਲੋਕ ਜਿਹੜੇ ਨੇ ਉਹ ਏਦਾਂ ਠੱਗੇ ਜਿਹੇ ਰਹਿ ਜਾਂਦੇ ਆ, ਵੇਖਦੇ ਰਹਿ ਜਾਂਦੇ ਆ, ਉਹਨਾਂ ਨੂੰ ਹਕੀਕਤ ਵੀ ਸਮਝ ਨਹੀਂ ਆਉਂਦੀ ਕਿ ਇਹ ਕੀ ਗੱਲ ਹੈ, ਤੇ ਇਹਨਾਂ ਲੋਕਾਂ ਨੇ ਸਾਡੀ ਕੱਲ ਨੂੰ ਪ੍ਰਤੀਨਿਧਤਾ ਕਰਨੀ ਹੈ। ਜੀ, ਤੇ ਸੰਧੂ ਸਾਹਿਬ ਬਹੁਤ ਸੰਖੇਪ ਵਿੱਚ ਜੇ ਆਪਾਂ ਗੱਲ ਕਰੀਏ ਕਿ ਬੀਐਸਪੀ ਸੁਪਰੀਮੋ ਮਾਇਆਵਤੀ ਨੇ ਵੀ ਨਵਾਂ ਸ਼ਹਿਰ ਦੇ ਵਿੱਚ ਰੈਲੀ ਕੀਤੀ, ਕੀ ਕਿਹਾ ਜੀ ਉਸ ਰੈਲੀ ਵਿੱਚ ਉਹਨਾਂ ਨੇ? ਮਾਇਆਵਤੀ ਨੇ ਕਿਹਾ ਜੀ ਸਾਰੇ ਲੋਕ ਜਿਹੜੇ ਨੇ, ਜਿਹੜੇ ਗਲਤ ਗੱਲਾਂ ਕਰ ਰਹੇ ਨੇ, ਕੋਈ ਵੀ ਗਰੀਬਾਂ ਦਾ, ਦਲਿਤਾਂ ਦਾ ਕੋਈ ਹਮਾਇਤੀ ਨਹੀਂ ਹੈ, ਸਾਰੇ ਉਹਨਾਂ ਦੇ ਨਾਂ ਦੇ ਉੱਤੇ ਵੋਟ ਮੰਗ ਰਹੇ ਨੇ। ਔਰ ਉਹਨਾਂ ਨੇ ਚੰਨੀ ਦੇ ਉੱਤੇ ਨਿਸ਼ਾਨਾ ਲਾਇਆ ਸਿੱਧਾ ਹੀ ਕਿ ਚੰਨੀ ਜਿਹੜੇ ਨੇ ਆਪਣੇ ਰਵਿਦਾਸ ਜੀ ਦੇ ਸਥਾਨ ਦੇ ਉੱਤੇ ਗਏ, ਪਰ ਉੱਥੇ ਮੱਥਾ ਟੇਕਣ ਵਾਸਤੇ ਨਹੀਂ ਗਏ। ਔਰ ਕਾਂਗਰਸ, ਇਹਦਾ ਦਾ ਰਿਮੋਟ ਕੰਟਰੋਲ ਜਿਹੜਾ ਉਹ ਕਾਂਗਰਸ ਦੇ ਕੋਲ ਹੈ, ਕਾਂਗਰਸ ਦਾ ਗੈਰ ਦਲਿਤ ਹੈ, ਇਹਨਾਂ ਨੂੰ ਅੱਗੇ ਲਿਆ ਕੇ ਦਲਿਤ ਲੋਕਾਂ ਦੀਆਂ ਵੋਟਾਂ ਜਿਹੜੀਆਂ ਉਹਨਾਂ ਦੇ ਨਾਲ ਠੱਗੀ ਕੀਤੀ ਜਾਣੀ ਚਾਹੀਦੀ ਹੈ, ਜਦ ਕਿ ਪਿੱਛੇ ਕੀਤੀ ਜਾਵੇਗੀ, ਉਹਨਾਂ ਦੇ ਨਾਲ ਠੱਗੀ ਕੀਤੀ ਜਾਵੇਗੀ, ਜਦ ਕਿ ਪਿੱਛੇ ਰਿਮੋਟ ਜਿਹੜਾ ਉਹ ਕਾਂਗਰਸ ਦੇ ਹੱਥ ਵਿੱਚ ਹੋਏਗਾ ਤੇ ਕਾਂਗਰਸ ਆਪਣੀਆਂ ਨੀਤੀਆਂ ਆਪਣੇ ਢੰਗ ਦੇ ਅਨੁਸਾਰ ਲਾਗੂ ਕਰੇਗੀ। ਔਰ ਉਹਨਾਂ ਨੇ ਕਿਹਾ ਕਿ ਕਾਂਗਰਸ ਕਦੇ ਵੀ ਦਲਿਤਾਂ ਦੀ ਹਮਾਇਤੀ ਨਹੀਂ ਰਹੀ। ਸਾਨੂੰ ਬਾਬਾ ਕਾਸ਼ੀ ਰਾਮ ਤੇ ਡਾਕਟਰ ਅੰਬੇਦਕਰ ਸਾਹਿਬ ਦੇ ਜਿਹੜੇ ਸੁਪਨੇ ਆ ਉਹ ਅਸੀਂ ਸੱਚ ਕਰਨੇ ਆ, ਔਰ ਇਹਨਾਂ ਲੋਕਾਂ ਤੋਂ ਸਾਨੂੰ ਕੋਈ ਉਮੀਦ ਨਹੀਂ, ਨਾ ਹੀ ਇਹਨਾਂ ਦਾ ਦੱਬੇ ਕੁਚਲੇ ਸ਼ੋਸ਼ਿਤ ਗਰੀਬਾਂ ਮਜ਼ਦੂਰਾਂ ਦੇ ਨਾਲ ਕੋਈ ਲੈਣਾ ਦੇਣਾ ਹੈ। ਇਹ ਸਾਰੇ ਲੋਕ ਪੂੰਜੀਪਤੀ ਨੇ। ਉਹਨਾਂ ਨੇ ਕਿਹਾ ਕਿਉਂਕਿ ਇੱਕ ਗੱਲ ਹੱਥ ਆ ਗਈ ਹੈ ਜਿਹੜੀ ਜਿਸ ਨੂੰ ਹਰ ਕੋਈ ਬੰਦਾ ਕਹਿ ਰਿਹਾ ਵਾਰ-ਵਾਰ ਕਿ ਚੰਨੀ ਦੇ ਕੋਲੋਂ ਤਾਂ ਉਹਦੇ ਰਿਸ਼ਤੇਦਾਰ ਕੋਲੋਂ ਕਰੋੜਾਂ ਰੁਪਈਆ ਮਿਲਿਆ, ਉਹ ਦੱਬੇ ਕੁਚਲੇ ਲੋਕਾਂ ਦਾ ਸਾਥੀ ਕਿਵੇਂ ਹੋ ਸਕਦਾ ਹੈ? ਸਿਰਫ ਇਹ ਕਹਿ ਦੇਣਾ ਕਿ ਮੈਂ ਇਸ ਭਾਈਚਾਰੇ ਨਾਲ ਸੰਬੰਧ ਰੱਖਦਾ, ਇਸ ਕਰਕੇ ਉਸ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਸਾਰੇ ਭਾਈਚਾਰੇ ਦਾ ਭਲਾ ਕਰੇਗਾ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਵਰਚੁਅਲ ਰੈਲੀ ਕੀਤੀ ਹੈ ਦਿੱਲੀ ਤੋਂ ਸੰਬੋਧਨ ਕਰਕੇ, ਪਰ ਮਾਇਆਵਤੀ ਖੁਦ ਪਹੁੰਚੀ ਹੈ ਨਵਾਂ ਸ਼ਹਿਰ ਔਰ ਇੱਥੇ ਆ ਕੇ ਉਹਨਾਂ ਨੇ ਸੰਬੋਧਨ ਕੀਤਾ ਹੈ। ਕਿਉਂਕਿ ਇਹ ਜਿਹੜਾ ਦੁਆਬਾ ਖੇਤਰ ਆ ਇਹ ਬਹੁਜਨ ਸਮਾਜ ਪਾਰਟੀ ਦਾ ਵੀ ਗੜ੍ਹ ਨੂੰ ਸਮਝਿਆ ਜਾਂਦਾ ਹੈ, ਔਰ ਇੱਥੇ ਦਲਿਤ ਵੋਟ ਜਿਹੜੀ ਹੈ ਉਹ ਵੀ ਕਾਫੀ ਵੱਡੀ ਗਿਣਤੀ ਵਿੱਚ ਹੈ ਔਰ ਪ੍ਰਭਾਵਸ਼ਾਲੀ ਵੋਟ ਹੈ, ਪ੍ਰਭਾਵਸ਼ਾਲੀ ਲੋਕ ਇਸ ਜਗ੍ਹਾ ਦੇ ਵਿੱਚ ਰਹਿੰਦੇ ਆ। ਇਸ ਕਰਕੇ ਉਹਨਾਂ ਨੇ ਇਹਨੂੰ ਆਪਣਾ ਨਿਸ਼ਾਨਾ ਬਣਾਇਆ, ਕੇਂਦਰ ਬਣਾਇਆ ਕਿ ਇੱਥੇ ਆ ਕੇ ਉਹਨਾਂ ਨੇ ਸੰਬੋਧਨ ਕੀਤਾ ਤੇ ਆਪਣੀ ਜਿਹੜੀ ਯੋਜਨਾ ਪ੍ਰੋਗਰਾਮ ਆ ਉਹ ਸਾਹਮਣੇ ਰੱਖਿਆ ਕਿ ਜਿਹੜੇ ਠੱਗ ਟੋਲੇ ਆ ਉਹਨਾਂ ਤੋਂ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਤੇ ਜਿਹੜੇ ਦਲਿਤ ਸਮਾਜ ਦੇ ਸੱਚੇ ਹਮਾਇਤੀ ਹੈ ਉਹਨਾਂ ਦਾ ਸਾਥ ਦੇਣਾ। ਤੇ ਸੰਧੂ ਸਾਹਿਬ ਜੇ 2 ਮਿੰਟਾਂ ਦੇ ਅੰਦਰ ਅੰਦਰ ਆਪਾਂ ਯੂਪੀ ਦਾ ਵੀ ਜ਼ਿਕਰ ਕਰ ਲਈਏ ਕਿ ਉੱਥੇ ਹੁਣ ਅਖਿਲੇਸ਼ ਯਾਦਵ ਨੂੰ ਲੱਗਦਾ ਕਿ ਮਮਤਾ ਬੈਨਰਜੀ ਦਾ ਸਮਰਥਨ ਮਿਲਿਆ, ਕੀ ਕਿਹਾ ਜੀ ਮਮਤਾ ਬੈਨਰਜੀ ਨੇ? ਮਮਤਾ ਬੈਨਰਜੀ ਨੇ ਇਹ ਕਿਹਾ ਜੀ ਕਿ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਭਜਾਉਣਾ ਇੱਥੋਂ, ਬੜਾ ਸਿੱਧਾ ਜਿਹਾ ਏਜੰਡਾ ਹੈ ਕਿਉਂਕਿ ਹਰੇਕ ਪਾਰਟੀ ਜਿਹੜੀ ਮੈਦਾਨ 'ਚ ਹੁੰਦੀ ਹੈ ਉਹਨੇ ਦੂਜੀ ਪਾਰਟੀ ਨੂੰ ਹਰਾਉਣਾ ਹੁੰਦਾ। ਤੇ ਮਮਤਾ ਕਿਉਂਕਿ ਬੰਗਾਲ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਉਸ ਵੇਲੇ ਜਿਸ ਵੇਲੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੇ ਵਿੱਚ ਸਰਕਾਰ ਸੀ, ਸਾਰੀਆਂ ਏਜੰਸੀਆਂ ਉਹਦੇ ਕੋਲ ਸੀ, ਉੱਥੇ ਸੁਰੱਖਿਆ ਫੋਰਸਾਂ ਲਾਈਆਂ ਗਈਆਂ, ਫੌਜ ਲਾਈ ਗਈ, ਪੁਲਿਸ ਲਾਈ ਗਈ। ਇਸ ਦੇ ਬਾਵਜੂਦ ਜਿਹੜੀ ਸੀ ਮਮਤਾ ਬੈਨਰਜੀ ਉਹਨੂੰ ਬਹੁਤ ਭਾਰੀ ਬਹੁਮਤ ਹਾਸਲ ਹੋਇਆ। ਉਸ ਗੱਲ ਤੋਂ ਮਮਤਾ ਵੀ ਉਤਸ਼ਾਹਿਤ ਹੋਈ ਤੇ ਜਿਹੜੇ ਬਾਕੀ ਉਹਨਾਂ ਦੇ ਸੰਗੀ ਸਾਥੀ ਨੇ ਤੇ ਵਿਰੋਧੀ ਪਾਰਟੀਆਂ ਵਾਲੇ ਨੇ ਕੇਂਦਰ ਸਰਕਾਰ ਦੇ, ਉਹ ਉਹਨਾਂ ਨੂੰ ਵੀ ਇਹਦੇ ਤੋਂ ਹੌਸਲਾ ਮਿਲਿਆ। ਇਸੇ ਤਰ੍ਹਾਂ ਦੇ ਹੌਸਲੇ ਅਧੀਨ ਹੀ ਕੱਲ ਉਹਨਾਂ ਨੇ ਅਖਿਲੇਸ਼ ਯਾਦਵ ਉਹਨਾਂ ਦੇ ਨਾਲ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਅਸੀਂ ਯੂਪੀ ਦਾ ਜਿਹੜਾ ਉਹ ਸੁਧਾਰ ਕਰਨਾ ਹੈ, ਇਹਨਾਂ ਦੇ ਹੱਥੋਂ ਸਾਨੂੰ ਕੋਈ ਭਲਾ ਨਹੀਂ ਹੋ ਸਕਦਾ ਕਿਉਂਕਿ ਜੇ ਯੋਗੀ ਦੀ ਸਰਕਾਰ ਦੁਆਰਾ ਆ ਗਈ ਤੇ ਉਹ ਸਭ ਨੂੰ ਖਤਮ ਕਰ ਦੇਵੇਗਾ, ਸਭ ਨੂੰ ਖਾ ਜਾਵੇਗਾ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਯੋਗੀ ਨੂੰ ਤੇ ਉਹਨਾਂ ਲੋਕਾਂ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ। ਕਰੋਨਾ ਕਾਲ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਆਪਣੇ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਮਾਰੇ ਗਏ ਸੀ ਉਹਨਾਂ ਦੀਆਂ ਲਾਸ਼ਾਂ ਦਾ ਸੰਸਕਾਰ ਕਰਨ ਵਾਸਤੇ ਉਹਨਾਂ ਦੇ ਕੋਲ ਸਾਧਨ ਨਹੀਂ ਸੀ, ਵਸੀਲੇ ਨਹੀਂ ਸੀ, ਉਹਨਾਂ ਨੂੰ ਗੰਗਾ ਜਮਨਾ ਦੇ ਵਿੱਚ ਉਹ ਲਾਸ਼ਾਂ ਰੋੜਨੀਆਂ ਪਈਆਂ। ਔਰ ਯੋਗੀ ਦਮ ਭਰ ਰਿਹਾ ਕਿ ਅਸੀਂ ਇੱਥੇ ਵਿਕਾਸ ਕਰਾਂਗੇ, ਕੀ ਫਲਾਈਓਵਰ ਬਣਾ ਕੇ ਜਾਂ ਇੱਕ ਐਕਸਪ੍ਰੈਸ ਵੇ ਬਣਾ ਕੇ ਇਸ ਪੂਰੇ ਸੂਬੇ ਦੇ ਲੋਕਾਂ ਦਾ ਵਿਕਾਸ ਹੋ ਜਾਂਦਾ। ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਵਿਕਾਸ ਦੇ ਮਾਅਨੇ ਕੀ ਹੈ, ਉਹ ਲੋਕਾਂ ਨੂੰ ਇਸ ਤਰ੍ਹਾਂ ਸਮਝਾਏ ਜਾਂਦੇ ਨੇ ਕਿ ਫਲਾਈਓਵਰ ਬਣ ਗਿਆ ਇਸ ਕਰਕੇ ਤੁਹਾਡਾ ਵਿਕਾਸ ਹੋ ਜਾਏਗਾ। ਸੋ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਵਿਕਾਸ ਨਹੀਂ ਹੁੰਦਾ। ਦੂਜੇ ਪਾਸੇ ਉਹਨਾਂ ਕਿਹਾ ਇਹ ਉਹੀ ਭਾਰਤੀ ਜਨਤਾ ਪਾਰਟੀ ਹੈ
ਜਿਹਦੇ ਇੱਕ ਮੰਤਰੀ ਦੇ ਬੇਟੇ ਨੇ ਯੂਪੀ ਦੇ ਵਿੱਚ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਨੂੰ ਆਪਣੀ ਗੱਡੀ ਥੱਲੇ ਕੁਚਲ ਕੇ ਮਾਰ ਦਿੱਤਾ। ਤੇ ਇਹਦੇ ਕੋਲੋਂ ਆਪਾਂ ਕੀ ਲਾਭ ਦੀ ਉਮੀਦ ਕਰ ਸਕਦੇ ਆ ਜਾਂ ਭਲੇ ਦੀ ਉਮੀਦ ਕਰ ਸਕਦੇ ਆ। ਤਾਂ ਅਖਿਲੇਸ਼ ਯਾਦਵ ਨੇ ਵੀ ਇਹ ਕਿਹਾ ਕਿ ਅੱਜ ਜਦੋਂ ਮਮਤਾ ਜੀ ਸਾਡੇ ਨਾਲ ਆ ਗਏ, ਸਾਡੇ ਸਿਰ ਦੇ ਉੱਤੇ, ਸਾਨੂੰ ਬਹੁਤ ਵੱਡਾ ਹੌਸਲਾ ਹੋਇਆ, ਅਸੀਂ ਇਹ ਜੰਗ ਜ਼ਰੂਰ ਜਿੱਤਾਂਗੇ ਤੇ ਭਾਰਤੀ ਜਨਤਾ ਪਾਰਟੀ ਨੂੰ ਇੱਥੋਂ ਹਰਾ ਕੇ ਵਾਪਸ ਭੇਜਾਂਗੇ। ਜੀ ਸੰਧੂ ਸਾਹਿਬ, ਇਹ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਬਹੁਤ ਬਹੁਤ ਧੰਨਵਾਦ। ਕੱਲ ਫੇਰ ਗੱਲਬਾਤ ਕਰਾਂਗੇ ਜੀ। ਠੀਕ ਹੈ ਜੀ, ਧੰਨਵਾਦ ਵਾਸੂ ਜੀ, ਬਹੁਤ ਬਹੁਤ ਧੰਨਵਾਦ।